ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ, ਪਰ ਕਾਬਜ਼ ਹੋਏ ਕੁਝ ਅਜਿਹੇ ਮਸੰਦ ਜਿਨ੍ਹਾਂ ਕੌਮ ਅੱਜ ਕਰ ਦਿੱਤੀ ਸ਼ਮਸ਼ਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ, ਬਿਲਕੁਲ ਸਹੀ ਸੁਣਿਆ ਤੁਸੀਂ। ਅਕਾਲ ਤਖਤ ਸਾਹਿਬ, ਜਿਸ ਦਾ ਹਰ ਹੁਕਮ ਹਰ ਸਿੱਖ ਨੂੰ ਸਿਰ ਮੱਥੇ ਹਮੇਸ਼ਾ ਪ੍ਰਵਾਨ ਹੁੰਦਾ ਸੀ, ਪਰ ਹੁਣ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਅਕਾਲ ਤਖਤ ਸਾਹਿਬ ਦਾ ਕੋਈ ਵੀ ਜਥੇਦਾਰ ਬਣ ਰਿਹਾ ਹੈ ਤੇ ਲੋਕ ਵੀ ਇਹੀ ਕਹਿੰਦੇ ਨੇ, ਕੌਮ ਵੀ ਇਹੀ ਕਹਿੰਦੇ ਆ, ਲਿਫਾਫਿਆਂ ਚੋਂ ਨਿਕਲੇ ਜਥੇਦਾਰ ਨੇ ਜਿਨ੍ਹਾਂ ਨੇ ਜਥੇਦਾਰੀਆਂ ਪ੍ਰਧਾਨਗੀਆਂ ਸਾਂਭੀਆਂ ਨੇ ਤਾਂ ਇੱਕ ਧਿਰ ਨੂੰ ਫਾਇਦਾ ਪਹੁੰਚਾਉਣ ਵਾਸਤੇ। ਕੌਮ ਚਾਹੇ ਡੁੱਬੇ, ਚਾਹੇ ਕੌਮ ਦੇ ਵਿੱਚ ਕਿਤੇ ਕਿਸੇ ਦੀ ਨਸਲਕੁਸ਼ੀ ਹੋ ਰਹੀ ਹੋਵੇ, ਚਾਹੇ ਨੌਜਵਾਨੀ ਮਰ ਰਹੀ ਹੋਵੇ, ਚਾਹੇ ਸਿੱਖ ਭੁੱਖੇ ਮਰ ਰਹੇ ਹੋਣ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹਾਂ, ਇਹ ਜੁਮਲੇ ਜ਼ਰੂਰ ਦੇ ਸਕਦੇ ਨੇ, ਉੱਦਾਂ ਦੇ ਹੀ ਜੁਮਲੇ ਜੋ ਸਿਆਸਤਦਾਨ ਸਿਆਸਤ ਦੀਆਂ ਕੁਰਸੀਆਂ ਤੇ ਬਹਿ ਕੇ ਦਿੰਦੇ ਸੀ। ਹਾਲ ਹੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਦਲ ਦਿੱਤੇ ਗਏ। ਗਿਆਨੀ ਹਰਪ੍ਰੀਤ ਸਿੰਘ ਨੂੰ ਆਈ ਥਿੰਕ 15 ਕੁ ਦਿਨ ਪਹਿਲਾਂ ਜਿਹੜੀ ਮੈਂ ਵੀਡੀਓ ਪਾਈ ਸੀ ਉਸ ਦੇ ਵਿੱਚ ਪਹਿਲਾਂ ਹੀ ਕਹਿਤਾ ਸੀ ਕਿ ਹੁਣ ਤਾਂ ਭਰਾਵਾ ਕੋਈ ਚੰਗਾ ਕੰਮ ਕਰ ਲਾ, ਕੌਮ ਦੇ ਹਿੱਤਾਂ 'ਚ ਕੁਝ ਸੋਚ ਲਾ, ਬਹੁਤ ਛੇਤੀ ਤੇਰੀ ਬਦਲੀ ਹੋਣ ਵਾਲੀ ਹੈ। ਉਹ ਉੱਤੋਂ ਤੈਅ ਹੋ ਚੁੱਕਿਆ। ਮੈਂ ਇਹ ਗੱਲ 15 ਦਿਨ ਪਹਿਲਾਂ ਕਹੀ ਸੀ ਪੁਰਾਣੇ ਸ਼ੋਜ਼ ਦੇ ਵਿੱਚ ਇਸੇ ਚੈਨਲ ਤੇ ਉਹ ਚੀਜ਼ ਸਾਬਤ ਹੋ ਗਈ ਆ। ਤੇ ਹੁਣ ਗਿਆਨੀ ਰਘਵੀਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ ਗਿਆ, ਜੋ ਪਹਿਲਾਂ ਹੀ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ। ਇਸ ਤੋਂ ਪਹਿਲਾਂ ਜਿਹੜੇ ਕਾਰਜਕਾਰੀ ਸੀ ਉਹ ਦਮਦਮਾ ਸਾਹਿਬ ਦੇ ਜਥੇਦਾਰ ਸੀ। ਕੀ ਗੱਲ, ਕੌਮ ਦੇ ਕੋਲ ਕੋਈ ਸਾਡਾ ਸੁਹਿਰਦ ਅਜਿਹਾ ਜਥੇਦਾਰ ਹੀ ਨਹੀਂ ਲੱਭ ਰਿਹਾ ਜੋ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਤੇ ਕਾਬਜ਼ ਹੋ ਸਕੇ, ਜੋ ਕੌਮ ਸਾਂਭ ਸਕੇ? ਕਿਉਂ ਤੁਸੀਂ ਸਿਰਫ ਕਹਿਣ ਮਾਤਰ ਸੁਣਾਉਂਦੇ ਹੋ ਸਟੇਜਾਂ ਤੇ ਚੜ ਕੇ ਅਕਾਲੀ ਫੂਲਾ ਸਿੰਘ, ਅਕਾਲੀ ਫੂਲਾ ਸਿੰਘ? ਕਹਿਣ ਨਾਲ ਬਣ ਜਾਓਗੇ, ਜੁੱਤੀ ਵਰਗੇ ਨਹੀਂ ਹੈ। ਕਿਉਂਕਿ ਤੁਸੀਂ ਜਿਹਨਾਂ ਦੀਆਂ ਜੁੱਤੀਆਂ 'ਚ ਪਾਣੀ ਪੀਂਦੇ ਹੋ ਸਾਰੀ ਕੌਮ ਜਾਣਦੀ ਹੈ। ਜਿਹੜੇ ਜਦੋਂ ਚਾਹਣ ਪੰਜ ਪਿਆਰਿਆਂ ਨੂੰ ਤਲਬ ਕਰ ਲੈਣ, ਜਥੇਦਾਰਾਂ ਨੂੰ ਤਲਬ ਕਰ ਲੈਣ, ਸੌਦਾ ਸਾਧ ਨੂੰ ਮਾਫੀ ਦਵਾ ਦੇਣ, ਬਲਾਤਕਾਰੀਆਂ ਨੂੰ ਮਾਫੀ ਦੇ ਦੇਣ, ਪਰ ਕੌਮ ਨੂੰ ਜੇ ਲੋੜ ਹੋਵੇ ਤਾਂ ਸਿਰਫ ਸਾਡੇ ਸਾਹਮਣੇ ਜੁਮਲੇ ਹੁੰਦੇ ਨੇ। ਜਾ ਕੇ ਤੁਸੀਂ ਸਟੇਜਾਂ ਤੇ ਕਹਿ ਦਿਓ ਜਿੰਨਾ ਮਰਜ਼ੀ ਉੱਚੀ ਉੱਚੀ ਚੀਕ ਕੇ ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ, ਸੀ, ਰਹੇਗਾ। ਤਖਤ ਮਹਾਨ ਸੀ, ਮਹਾਨ ਹੈ, ਰਹੇਗਾ, ਰਹਿੰਦੀ ਦੁਨੀਆ ਤੱਕ ਰਹੇਗਾ, ਕਿਉਂਕਿ ਉਸ ਅਕਾਲ ਦਾ ਤਖਤ ਹੈ। ਉਸ ਤੇ ਜੋ ਕਿਰਦਾਰ ਆਣਗੇ, ਉਹ ਜੋ ਕਰਨਗੇ, ਉਹ ਕਿਰਦਾਰਾਂ ਨੇ ਆਪ ਤੈਅ ਕਰਨਾ ਕਿ ਉਹਨਾਂ ਨੇ ਆਪਣਾ ਭਵਿੱਖ ਕੀ ਲਿਖਿਆ, ਇਤਿਹਾਸ ਦੇ ਵਿੱਚ ਉਹਨਾਂ ਨੂੰ ਕੀ ਲਿਖਿਆ ਜਾਣਾ ਹੈ। ਵਾਕਈ ਕੌਮ ਦਾ ਹਿਤੈਸ਼ੀ ਲਿਖਿਆ ਜਾਣਾ ਹੈ ਜਾਂ ਕੌਮ ਦਾ ਦੁਸ਼ਮਣ ਲਿਖਿਆ ਜਾਣਾ ਹੈ। ਗਿਆਨੀ ਗੁਰਬਚਨ ਸਿੰਘ ਨੇ ਜੋ ਕੀਤਾ, ਅੱਜ ਚਾਹੇ ਉਹ ਜਿੱਥੇ ਮਰਜ਼ੀ ਵਿਚਰਦੇ ਹੋਣ, ਦੁਨੀਆ ਜਾਗਦੀ ਜ਼ਮੀਰ ਵਾਲੇ ਸਿੱਖ ਅੱਜ ਵੀ ਉਹਨੂੰ ਥੂ ਥੂ ਕਰਦੇ ਨੇ, ਕਿਉਂਕਿ ਸੌਦਾ ਸਾਧ ਨੂੰ ਮੁਆਫੀ ਜਦੋਂ ਦਿੱਤੀ ਤੇ ਉਦੋਂ ਜਥੇਦਾਰ ਇਹ ਸੀ। ਹੁਣ ਤੁਸੀਂ ਸੋਚੋ ਵੀ ਅਸੀਂ ਅਗਰ ਕੌਮ ਦਾ ਕੋਈ ਜਥੇਦਾਰ ਹੈ, ਉਹਨੂੰ ਤੂੰ ਇਹ ਅਜਿਹੇ ਸ਼ਬਦਾਂ ਨਾਲ ਸੰਬੋਧਨ ਕਰਦੇ ਕਿੱਦਾਂ ਦੇ ਲੱਗਦੇ ਆ? ਜਥੇਦਾਰ ਸਾਹਿਬ ਦਾ ਇੱਕ ਰੁਤਬਾ ਸੀ, ਗ੍ਰੰਥੀ ਸਿੰਘ ਦਾ ਇੱਕ ਰੁਤਬਾ ਸੀ, ਪਰ ਤੁਸੀਂ ਗ੍ਰੰਥੀਆਂ ਨੂੰ ਡੋਲੂ ਫੜਾਤੇ ਡਾਲੀਆਂ ਇਕੱਠੀਆਂ ਕਰਨ ਵਾਸਤੇ। ਨੌਕਰ ਬਣਾ ਲਏ ਗ੍ਰੰਥੀ, ਲਿਆਓ ਇਹ ਚਾਹ ਬਣਾ ਕੇ। ਜਥੇਦਾਰ ਸਾਡੇ ਹੱਥ ਠੋਕੇ ਬਣ ਗਏ ਸਿਆਸੀ ਧਿਰਾਂ ਦੇ। ਕੌਮ ਨੂੰ ਜਦੋਂ ਜਥੇਦਾਰ ਦੀ ਲੋੜ ਹੈ, ਕੌਮ ਨੂੰ ਜਦੋਂ ਗੁਰੂ ਦੀ ਗੋਲਕ ਦੀ ਲੋੜ ਹੈ, ਉਦੋਂ ਉਹ ਗੋਲਕਾਂ ਖੁੱਲ ਜਾਂਦੀਆਂ ਨੇ ਜਾ ਕੇ ਬਾਦਲ ਵਰਗੇ ਸਿਆਸੀ ਧਿਰਾਂ ਦੇ ਘਰਾਂ ਦੇ ਵਿੱਚ। ਕੌਮ ਮਰਦੀ ਹੋਵੇ ਕੋਈ ਫਰਕ ਨਹੀਂ ਪੈਂਦਾ, ਖੁਸ਼ ਹੁੰਦੇ ਨੇ ਦੇਖ ਕੇ। ਹਾਂ, ਮਗਰਮੱਛ ਦੇ ਹੰਝੂ ਬਹਾਉਣ ਵਾਸਤੇ ਪ੍ਰੈਸ ਕਾਨਫਰੰਸਿਸ ਜ਼ਰੂਰ ਕਰ ਦਿੱਤੀਆਂ ਜਾਂਦੀਆਂ ਨੇ। ਧਾਮੀ ਸਾਹਿਬ ਨੇ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ। ਉਸ ਤੋਂ ਬਾਅਦ ਜਥੇਦਾਰ ਰਘਵੀਰ ਸਿੰਘ ਨੇ ਵੀ ਆ ਕੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਬੜੇ ਵਧੀਆ ਤਰੀਕੇ ਨਾਲ ਕਿਹਾ ਕਿ ਹਾਂ, ਕੌਮ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਆ ਗਈ। ਕਿਹੜੇ ਮੋਢਿਆਂ ਤੇ? ਉਹ ਮੋਢੇ ਜਿਹੜੇ ਮੋਢੇ ਪਹਿਲਾਂ ਹੀ ਸਿਆਸੀ ਧਿਰਾਂ ਦੇ ਹੱਥਾਂ ਥੱਲੇ ਨੇ। ਜਿਹੜਾ ਮੋਢਾ ਜਦੋਂ ਜਿੱਧਰਲੇ ਪਾਸੇ ਨੂੰ ਦੱਬਦੇ ਆ, ਜਥੇਦਾਰ ਉਧਰਲੇ ਪਾਸੇ ਨੂੰ ਜਿੱਦਾਂ ਗੱਡੀ ਦਾ ਸਟੀਅਰਿੰਗ ਮੋੜਦੇ ਆ ਉਧਰ ਨੂੰ ਮੁੜ ਜਾਂਦਾ ਹੈ। ਇਹ ਸਿਰਫ ਮੈਂ ਨਹੀਂ ਕਹਿ ਰਿਹਾ, ਇਹ ਅੱਜ ਸਾਰੀ ਕੌਮ ਕਹਿ ਰਹੀ ਹੈ, ਕਿਉਂਕਿ ਜਥੇਦਾਰ ਚੁਣਨ ਦੀ ਇੱਕ ਵਿਧੀ ਸੀ। ਪੰਜ ਪ੍ਰਧਾਨੀ ਪ੍ਰਥਾ ਅਸੀਂ ਖਤਮ ਕਰ ਦਿੱਤੀ। ਕਹਿਣ ਨੂੰ ਹਰ ਥਾਂ ਤੇ ਬੋਲ ਦਿੰਦੇ ਅਸੀਂ ਕਿ ਪੰਜ ਸਿੰਘ ਸਹਿਬਾਨ ਪਹੁੰਚ ਰਹੇ ਨੇ ਜੀ ਮੀਟਿੰਗ ਵਾਸਤੇ, ਪੰਜ ਸਿੰਘ ਸਹਿਬਾਨ ਫੈਸਲਾ ਲੈਣਗੇ। ਉਹ ਪੰਜ ਸਿੰਘ ਸਹਿਬਾਨ ਕਹਿਣ ਨੂੰ ਹੀ ਸਿੰਘ ਨੇ, ਅਸਲ ਦੇ ਵਿੱਚ ਉਹ ਫੈਸਲੇ ਉਹੀ ਸੁਣਾਣਗੇ ਜੋ ਉੱਤੋਂ ਚਿੱਠੀਆਂ 'ਚ ਲਿਖ ਕੇ ਤੁਹਾਡੇ ਤੱਕ ਆਣਗੇ ਜਾਂ ਫੋਨਾਂ ਦੇ ਉੱਤੇ ਜੋ ਤੁਹਾਨੂੰ ਇਨਸਟਰਕਸ਼ਨਸ ਦਿੱਤੀਆਂ ਗਈਆਂ ਹੋਣਗੀਆਂ। ਆਪਣੇ ਆਪ ਦੇ ਵਿੱਚ ਤੁਸੀਂ ਫੈਸਲੇ ਲੈਣ ਦੇ ਕਾਬਿਲ ਹੀ ਨਹੀਂ ਹੋ। ਇਸ ਲਈ ਕਹਿੰਦੇ ਆ ਕਿ ਅਗਰ ਫੈਸਲੇ ਤੁਸੀਂ ਆਪ ਆਪਣੇ ਨਹੀਂ ਲੈ ਸਕਦੇ
ਜੇ ਤੁਸੀਂ ਹੱਥ ਠੋਕੇ ਬਣੇ ਹੋ ਤਾਂ ਘੱਟੋ ਘੱਟ ਉਸ ਵਾਹਿਗੁਰੂ ਦੇ ਭੌ ਤੋਂ ਡਰੋ। ਰਾਮਦਾਸ ਦੇ ਗੁਰੂ ਰਾਮਦਾਸ ਦੇ ਘਰ 'ਚ ਬੈਠੇ ਹੋ ਤੇ ਉਸ ਨੇ ਜਿੱਦਣ ਲਾਠੀ ਆਪਣੀ ਫੇਰੀ ਤੇ ਉਦਣ ਮਸੰਦਾਂ ਵਾਂਗ, ਜਿੱਦਾਂ ਕਲਗੀਧਰ ਨੇ ਮਸੰਦ ਰਾੜੇ ਸੀਗੇ, ਸਾੜੇ ਸੀ ਨਾ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹਨਾਂ ਦੀ ਵਿਰਤੀ ਨਹੀਂ ਬਦਲ ਸਕਦੀ, ਤਾਂ ਕੜਾਹੇ ਚੜਾਏ ਸੀ। ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੂੰ ਜਿੰਨੇ ਮਰਜ਼ੀ ਪਿਆਰ ਨਾਲ ਸਮਝਾ ਲਈਏ, ਇਹ ਨਹੀਂ ਸਮਝਣ ਵਾਲੇ, ਇਹ ਨਹੀਂ ਬਦਲਣ ਵਾਲੇ। ਇਸ ਲਈ ਚੰਗਾ ਇਹੀ ਹੈ ਵੀ ਇਹਨਾਂ ਨੂੰ ਅੱਜ ਕੜਾਹਿਆਂ 'ਚ ਪਾ ਕੇ ਸਾੜ ਦਿੱਤਾ ਜਾਵੇ, ਤਾਂ ਕਿ ਇਹਨਾਂ ਦੇ ਨਾਲ ਇਹਨਾਂ ਦੀ ਗੰਦੀ ਵਿਰਤੀ, ਗੰਦੀ ਸੋਚ ਖਤਮ ਹੋ ਜਾਵੇ। ਕੌਮ ਦਾ ਕਿਸੇ ਨੂੰ ਕੋਈ ਫਿਕਰ ਲੱਗਦਾ ਹੀ ਨਹੀਂ, ਲੱਗਦਾ ਤਾਂ ਬਹੁਤ ਹੈ, ਪਰ ਉਹ ਸਿਰਫ ਦਿਖਾਵਾ ਹੈ। ਸਿੱਖ ਚਿੰਤਕ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਭਾਈ ਪਰਮਜੀਤ ਸਿੰਘ ਜੀ ਦੇ ਨਾਲ ਮੇਰੀ ਗੱਲਬਾਤ ਹੋਈ ਹੈ। ਉਹ ਵੀ ਇਸ ਵਿਸ਼ੇ ਨੂੰ ਲੈ ਕੇ ਬਹੁਤ ਚਿੰਤਿਤ ਸੀਗੇ। ਉਹਨਾਂ ਨੇ ਕੀ ਕਿਹਾ, ਆਓ ਇੱਕ ਨਜ਼ਰ ਮਾਰਦੇ ਹਾਂ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਕੀਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਕੀਲ ਸਾਹਿਬ, ਜਿੱਦਾਂ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਹੋ ਰਹੀ ਹੈ, ਕੀ ਸੋਚ ਰਹੇ ਹੋ ਤੁਸੀਂ ਉਸ ਬਾਰੇ? ਸਰ, ਇਹ ਜਿਹੜੀ ਨਿਯੁਕਤੀ ਹੋ ਰਹੀ ਹੈ ਨਾ, ਇਹ ਜਿਹੜੀ ਸਿੱਖਾਂ ਦੀ ਜਿਹੜੀ ਇਖਲਾਕੀ ਗਿਰਾਵਟ ਆਈ ਹੋਈ ਹੈ, ਉਹਦਾ ਇੱਕ ਸਿੰਪਟਮ, ਉਹਦਾ ਪ੍ਰਗਟਾਵਾ ਕਰਦੀ ਹੈ ਜੀ। ਹੁਣ ਸਿੱਖਾਂ ਦੇ ਕੁਝ ਗਰੁੱਪਾਂ ਦੇ ਵਿੱਚ ਇਹ ਸੋਚ ਪੱਕੀ ਬਣੀ ਹੋਈ ਹੈ ਵੀ ਅਸੀਂ ਉਰੇ ਪੱਕੇ ਤੌਰ ਤੇ ਰਹਿਣਾ, ਸਾਡੇ ਹਮੇਸ਼ਾ ਸਾਡੇ ਸਿੱਖ ਕਹਿਣਾ ਮੰਨਦੇ ਰਹਿਣ, ਸਾਡੇ ਮੁਤਾਬਕ ਸਾਰੇ ਕੰਮ ਹੋਣ, ਗੁਰੂ ਦੀ ਕੀ ਮਰਿਆਦਾ ਸਾਨੂੰ ਨਹੀਂ ਪਤਾ, ਸਾਡੀ ਆਪਣੀ ਮਰਿਆਦਾ ਚੱਲਣੀ ਚਾਹੀਦੀ ਹੈ। ਇਸੇ ਵਿਚਾਰ ਅਧੀਨ ਇਹ ਜਥੇਦਾਰ ਅਪਣਾਏ ਜਾਂਦੇ, ਅਪਾਇੰਟ ਹੁੰਦੇ ਆ, ਔਰ ਇਸੇ ਤਰ੍ਹਾਂ ਹੀ ਕੱਟੇ ਜੋ ਵਰਤ ਕੇ ਸਿੱਟੇ ਜਾਂਦੇ ਆ। ਕਿੰਨੀਆਂ ਐਗਜ਼ਾਮਪਲਸ ਭਾਈ ਸਾਧੂ ਸਿੰਘ ਗਟੋੜੇ ਵਗੈਰਾ ਦੀਆਂ ਕਿੰਨੀਆਂ ਹੈਗੀਆਂ ਐਗਜ਼ਾਮਪਲਾਂ, ਈਵਨ ਬੀਬੀ ਜਗੀਰ ਕੌਰ ਦੀਆਂ ਹੈਗੀਆਂ ਨੇ। ਇਹ ਹੁਣ ਵੀ ਤੁਸੀਂ ਦੇਖ ਲਓ ਵੀ ਆਪਦੀ ਮਰਜ਼ੀ ਨਾਲ ਜਦੋਂ ਜੀ ਕਰਦਾ ਵਰਤ ਕੇ ਸਿੱਟ ਦਿੰਦੇ ਨੇ ਉਹ ਜੀ। ਪਰ ਜਥੇਦਾਰ ਦੀ ਨਿਯੁਕਤੀ ਦੀ ਇੱਕ ਮਰਿਆਦਾ ਹੁੰਦੀ ਸੀ, ਤੁਹਾਨੂੰ ਪਤਾ ਹੋਏਗਾ ਕਿ ਪਹਿਲਾਂ ਸਰਬੱਤ ਖਾਲਸਾ ਸੱਦ ਕੇ ਤੇ ਫਿਰ ਜਥੇਦਾਰ ਨਿਯੁਕਤ ਕੀਤਾ ਜਾਂਦਾ ਸੀ। ਸਾਰੇ ਮਾਪਦੰਡਾਂ ਉੱਤੇ ਠੋਕ ਵਜਾ ਕੇ ਦੇਖਿਆ ਜਾਂਦਾ ਸੀ ਕਿ ਕੌਮ ਸਾਂਭਣ ਦੇ ਕਾਬਿਲ ਹੈ ਇਹ ਜਥੇਦਾਰ ਜਾਂ ਨਹੀਂ, ਇਹਦੀਆਂ ਲੱਤਾਂ ਭਾਰ ਚੱਲਦੀਆਂ ਨੇ, ਨਹੀਂ ਫੈਸਲੇ ਲੈਣ ਯੋਗ ਹੈ ਜਾਂ ਨਹੀਂ। ਪਰ ਅੱਜ ਚਾਹੇ ਗੱਲ ਗਿਆਨੀ ਹਰਪ੍ਰੀਤ ਸਿੰਘ ਦੀ ਹੋਵੇ ਜਾਂ ਹੁਣ ਜਿਹੜੇ ਹਾਲ ਹੀ ਦੇ ਵਿੱਚ ਨਿਯੁਕਤ ਕੀਤੇ ਨੇ ਜਥੇਦਾਰ ਰਘੁਵੀਰ ਸਿੰਘ, ਉਹਨਾਂ ਦੀ ਹੋਵੇ, ਇਹਨਾਂ ਦੇ ਵਿੱਚ ਕੀ ਅਜਿਹੀ ਖਾਸੀਅਤ ਹੈ ਵੀ ਇਹਨਾਂ ਨੂੰ ਜਿਹੜਾ ਜਥੇਦਾਰ ਲਾਇਆ, ਤੁਹਾਨੂੰ ਨਹੀਂ ਲੱਗਦਾ ਵੀ ਕੌਮ ਨੂੰ ਇਹ ਬਾਰ-ਬਾਰ ਤਸੀਹੇ ਦੇ ਰਹੇ ਨੇ? ਜਦੋਂ ਆਪਾਂ ਤੁਸੀਂ ਪਹਿਲੀ ਗੱਲ ਕਰਦੇ, ਜਦੋਂ ਸਰਬੱਤ ਖਾਲਸੇ ਰਾਹੀਂ ਜਥੇਦਾਰ ਚੁਣੇ ਜਾਂਦੇ ਸੀ, ਉਹੀ ਮਰਿਆਦਾ ਸੀ। ਜਥੇਦਾਰ ਕੋਈ ਆਪਣੇ ਆਪ ਕੋਈ ਫੈਸਲੇ ਲੈਣ ਦਾ ਨਹੀਂ ਸੀਗਾ, ਸੰਗਤ ਦੇ ਫੈਸਲੇ ਨੂੰ ਇੰਪਲੀਮੈਂਟ ਕਰਨ ਵਾਸਤੇ ਹੁੰਦਾ ਸੀ। ਸਰਬੱਤ ਖਾਲਸੇ ਦਾ ਮਤਲਬ ਇਹ ਹੁੰਦਾ ਵੀ ਸਾਰੀ ਕੌਮ ਜਾਗਦੀ ਹੈ, ਚੇਤਨ ਹੈ, ਔਰ ਆਪਣੇ ਭਲੇ ਬੁਰੇ ਲਈ ਪਾਰਟਿਸਿਪੇਟ ਕਰ ਸਕਦੀ ਹੈ। ਪਾਰਟਿਸਿਪੇਸ਼ਨ ਜਿਹੜੀ ਸੀਗੀ ਉਹ ਸਾਡੇ ਸਰਬੱਤ ਖਾਲਸਾ। ਹੁਣ ਇਹਨਾਂ ਨੇ ਪਾਰਟਿਸਿਪੇਸ਼ਨ ਦਾ ਮੰਨਫੀ ਕਰ ਦਿੱਤੀ ਹੋਈ ਹੈ ਵੀ ਤੁਹਾਨੂੰ ਪਾਰਟਿਸਿਪੇਸ਼ਨ ਦੀ ਕੀ ਲੋੜ ਹੈ। ਐਡੇ ਵੱਡੇ ਦਿਮਾਗ ਹੈਗੇ ਨੇ ਜਿਹੜੇ 27 ਸਾਲ ਗੁਰਦੁਆਰਿਆਂ ਦੇ ਪ੍ਰਧਾਨ ਰਹੇ ਨੇ, ਜਿਹੜੇ 5 ਵਾਰੀ ਮੁੱਖ ਮੰਤਰੀ ਬਣ ਗਏ, ਉਦੋਂ ਸਿਆਣਾ ਦੁਨੀਆ ਤੇ ਜੰਮ ਹੀ ਨਹੀਂ ਸਕਦਾ, ਉਹਨਾਂ ਦੀ ਗੱਲ ਮੰਨੋ। ਹੁਣ ਉਸੇ ਸੋਚ ਦੇ ਵਿੱਚੋਂ ਇਹ ਗੱਲ ਪੈਦਾ ਹੋਈ ਹੈ, ਜਿਹੜੀ ਜਥੇਦਾਰਾਂ ਨੂੰ ਦੇਖੋ ਇੱਕ ਨਾਅਰਾ ਬਣਾਇਆ ਹੋਇਆ ਵੀ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਇਹਦਾ ਮਤਲਬ ਕੀ ਬਣਿਆ ਜੀ? ਵੀ ਤੁਹਾਡੇ ਵਾਸਤੇ ਮਹਾਨ ਹੈ, ਸਿੱਖੋ ਤੁਹਾਡੇ ਵਾਸਤੇ, ਸਾਡੇ ਤਾਂ ਇਹ ਜੁੱਤੀ 'ਚ ਪਾਣੀ ਪੀਂਦੇ ਨੇ, ਸਾਡੇ ਵਾਸਤੇ ਕਿੱਥੋਂ ਮਹਾਨ ਹੋ ਗਿਆ? ਸੋ ਇਹ ਗੱਲਾਂ ਸਰ ਇਹ ਸਿੱਖਾਂ ਦੇ ਮਨ 'ਚ ਘਰ ਕਰਾਈਆਂ ਜਾ ਰਹੀਆਂ ਨੇ, ਔਰ ਸਿੱਖਾਂ ਨੂੰ ਇਸ ਗੱਲ ਤੇ ਬੜਾ ਚੁਕੰਨੇ ਹੋ ਕੇ ਸਾਵਧਾਨੀ ਨਾਲ ਇਸ ਗੱਲ ਦੇ ਲਈ ਰਜਿਸਟ ਕਰਨਾ ਚਾਹੀਦਾ। ਔਰ ਇਹਦਾ ਇੱਕ ਡੈਫੀਨੇਟਲੀ ਦੇਖੋ, ਇਹਦੇ ਲਈ ਕੋਈ ਭਾਰਤ ਸਰਕਾਰ ਤੋਂ ਕੁਝ ਮੰਗਣ ਦੀ ਲੋੜ ਨਹੀਂ। ਸਿੱਖ ਆਪਣੇ ਫੈਸਲੇ ਆਪ ਕਰ ਸਕਦੇ ਨੇ। ਕੋਈ ਚਾਰ ਬੰਦੇ ਇਕੱਠੇ ਹੋ ਜਾਣ, ਸਾਰੇ ਪੜ੍ਹੇ ਲਿਖੇ ਸਿੱਖ, ਇੱਕ ਰੂਲਸ ਐਂਡ ਰੈਗੂਲੇਸ਼ਨ ਫਰੇਮ ਹੋ ਜਾਣ। ਜਥੇਦਾਰ ਦੀ ਅਪਾਇੰਟਮੈਂਟ ਕਿੱਦਾਂ ਹੋਏਗੀ, ਕਿੰਨਾ ਬੰਦਿਆਂ ਨੂੰ ਜਥੇਦਾਰ ਲਿਆ ਜਾਏਗਾ। ਪਰ ਹੁਣ ਤਾਂ ਸਿਰਫ ਸੇਵਾਦਾਰਾਂ 'ਚੋਂ ਲਏ ਜਾ ਰਹੇ ਨੇ, ਜਿਹੜੇ ਪਹਿਲਾਂ ਉਹ ਸੇਵਾਦਾਰ ਸੀ, ਫਿਰ ਉਹ ਅਰਦਾਸੀਏ ਬਣ ਗਏ, ਫਿਰ ਗ੍ਰੰਥੀ ਬਣ ਗਏ, ਹੁਣ ਜਥੇਦਾਰ ਬਣ ਗਏ। ਇਹ ਸਰ ਇਹ ਸਾਰਾ ਕੁਛ ਜਿਵੇਂ ਅੱਜ ਦਾ ਜ਼ਮਾਨਾ ਹੈਗਾ, ਕੌਮ ਨੇ ਅੱਗੇ ਜਿਹੜੀ ਸਥਿਤੀ 'ਚ ਕੌਮ ਫਸੀ ਹੋਈ ਹੈ, ਇਸ 'ਚੋਂ ਕੱਢਣ ਦੇ ਸਮਰੱਥ ਨਾ ਇਹਨਾਂ ਦੇ ਆਕਾ ਹੈਗੇ ਨੇ, ਨਾ ਇਹ ਜਥੇਦਾਰ ਹੈਗੇ ਨੇ। ਤਾਂ ਫਿਰ ਕੌਮ ਦਾ ਹੁਣ ਜੋ ਇਸ ਵੇਲੇ ਤੁਸੀਂ ਸਮਾਂ ਦੇਖ ਰਹੇ ਹੋ, ਇਸ ਵਿੱਚ ਤੁਹਾਨੂੰ ਕੌਮ ਦਾ ਭਵਿੱਖ ਕੀ ਦਿਖਦਾ ਹੈ? ਕਿਉਂਕਿ ਸਾਰੀ ਦੁਨੀਆ ਸਾਹਮਣੇ ਕਹਿੰਦੀ ਹੈ, ਸਾਰੀ ਕੌਮ ਕਹਿੰਦੀ ਲਿਫਾਫੇ ਨਿਕਲ ਕੇ ਜਥੇਦਾਰ ਥਾਪੇ ਜਾਂਦੇ ਨੇ, ਤੇ ਇਹ ਉਹ ਜਥੇਦਾਰ ਨੇ ਜਿਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਗਿਆਨੀ ਹਰਪ੍ਰੀਤ ਦੀ ਗੱਲ ਕੀਤੀ ਜਾਵੇ ਤਾਂ ਪ੍ਰਨੀਤੀ ਚੋਪੜਾ ਜਾਂ ਰਾਘਵ ਚੱਡਾ ਦੀ ਜਦੋਂ ਇੰਗੇਜਮੈਂਟ ਸੀਗੀ ਤਾਂ ਉਹਨਾਂ ਦੇ ਸਾਹਮਣੇ ਮਰਿਆਦਾ ਦੀਆਂ ਧੱਜੀਆਂ ਉੱਡੀਆਂ। ਚਲੋ ਕੀਰਤਨ ਵੀ ਅਗਰ ਹੋ ਰਿਹਾ ਸੀ ਤਾਂ ਕੀਰਤਨ ਵੀ ਗੁਰੂ ਦੀ ਇਲਾਹੀ ਬਾਣੀ ਹੈ, ਕਿਸੇ ਨੂੰ ਗੱਦੀਆਂ ਉੱਤੇ ਬਿਠਾ ਕੇ ਕੀਰਤਨ ਨਹੀਂ ਕਰਵਾ ਸਕਦੇ ਅਸੀਂ। ਉੱਥੇ ਹੀ ਜਥੇਦਾਰ ਨੂੰ ਵਿਰੋਧ ਕਰਨਾ ਚਾਹੀਦਾ ਸੀ, ਪਰ ਉਹ ਵੀ ਤਮਾਸ਼ਾ ਦੇਖਦਾ ਰਿਹਾ। ਤੇ ਜੇਕਰ ਗੱਲ ਕਰੀਏ ਰਘੁਵੀਰ ਸਿੰਘ ਦੀ, ਤੇ ਤੁਹਾਨੂੰ ਯਾਦ ਹੋਏਗਾ ਜਦੋਂ ਕੇਸਗੜ੍ਹ ਸਾਹਿਬ ਵਿਖੇ ਜਦੋਂ ਬੇਅਦਬੀ ਹੋਈ ਸੀ, ਨਿਹੰਗ ਸਿੰਘ ਤੇ ਕੇਸ ਦਰਜ ਕਰਾਇਆ ਸੀ, ਇਸਨੇ ਕਰਾਇਆ ਸੀ ਨਾ ਜੀ।
ਅੱਜ ਫੋਟੋ ਆਈ ਹੈ ਕਿਸੇ WhatsApp ਤੇ ਭੇਜੀ ਹੈ, ਸੁਖਬੀਰ ਦੇ ਨਾਲ ਬੈਠਾ ਇਹ। ਜੀ ਔਰ ਇਹ ਗੱਲਾਂ ਤਾਂ ਸਰ ਮੇਰੀ ਗੱਲ ਹੈਗੀ ਤੁਹਾਨੂੰ, ਇਹਦਾ ਤੁਸੀਂ ਪੁੱਛਿਆ ਇਲਾਜ ਕੀ ਹੈ? ਇਲਾਜ ਹੈ ਸਿੱਖ ਕੌਮ ਜਿਹੜੇ ਪੜ੍ਹੇ ਲਿਖਿਆ ਕਹਿੰਦੇ ਚੇਤਨ ਵਰਗ ਹੋ ਗਿਆ ਸਾਰਾ, ਇਹ ਤਾਂ ਉੱਠ ਕੇ ਕੁਝ ਕਰੇ। ਮੈਂ ਕੱਲ ਗੱਲ ਕਰ ਰਿਹਾ ਸੀ ਵੀ ਸਾਨੂੰ ਹਰਪ੍ਰੀਤ ਨਾਲ ਜਾਂ ਇਸ ਤੋਂ ਪਹਿਲੇ ਨਾਲ ਕੋਈ ਸਰੋਕਾਰ ਨਹੀਂ ਹੈਗਾ, ਜੀ ਪਰ ਅਕਾਲ ਤਖਤ ਦੀ ਇੰਸਟੀਟਿਊਸ਼ਨ ਨਾਲ ਸਾਡਾ ਸਰੋਕਾਰ ਹੈਗਾ ਜੀ ਵੀ ਹੁਣ ਜਿਵੇਂ ਇਹਨਾਂ ਨੇ ਕਰਕੇ ਲਾਤਾ ਜੀ। ਹੁਣ ਦੇਖੋ ਜਦੋਂ ਇਹ ਭਗਵੰਤ ਮਾਨ ਨੇ ਉਹਨੂੰ ਕੱਢਿਆ ਨਿੱਜਰ ਨੂੰ, ਕਹਿੰਦੇ ਸਵੈ ਇੱਛਾ ਨਾਲ ਕੀਤਾ, ਪਤਾ ਜੋ ਧੱਕੇ ਨਾਲ ਹੀ ਕਢਾਇਆ ਉਹਨੂੰ, ਇਹ ਵੀ ਧੱਕੇ ਨਾਲ ਕਢਾ ਕੇ ਸਵੈ ਇੱਛਾ ਉਹਦੇ ਅਰਥ ਹੋ ਗਏ ਇੱਥੇ ਵੀ ਹਰਪ੍ਰੀਤ ਦੇ। ਅਸੀਂ ਇਹ ਕਹਿੰਦੇ ਹਾਂ ਵੀ ਕੋਈ 200 400 ਬੰਦਾ ਜੇ ਕੌਮ ਜਾਗਦੀ ਹੈ ਤਾਂ ਕਾਲੀਆਂ ਝੰਡੀਆਂ ਲੈ ਕੇ ਬਲੈਕ ਕਾਰਡ ਫੜ ਕੇ ਵੀ ਅਕਾਲ ਤਖਤ ਨਾਲ ਖਿਲਵਾੜ ਬੰਦ ਕਰਿਆ ਜਾਵੇ, ਜਥੇਦਾਰ ਦੀ ਨਿਯੁਕਤੀ ਦੇ ਨਿਯਮ ਬਣਾਏ ਜਾਣ, ਇਸ ਤਰ੍ਹਾਂ ਲੈ ਕੇ ਉੱਥੇ ਘੰਟਾ ਘਰ ਚੌਂਕ ਦੇ ਦਰਬਾਰ ਸਾਹਿਬ ਦੇ ਮੂਹਰੇ ਖੜੇ ਹੋ ਕੇ 1-2 ਘੰਟੇ ਸ਼ਾਂਤੀ ਨਾਲ ਖੜ ਕੇ ਪ੍ਰੋਟੈਸਟ ਕਰਕੇ ਪ੍ਰੈਸ ਨੂੰ ਚਲੇ ਜਾਣ। ਦੁਨੀਆ ਦੇ ਰਿਕਾਰਡ 'ਚ ਤਾਂ ਗੱਲ ਆਏਗੀ, ਸਿੱਖ ਜਾਗਦੇ ਤਾਂ ਹੈਗੇ ਨੇ। ਹੁਣ ਦੇਖੋ ਜੇ ਤੁਸੀਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਬਾਦਲ ਹੋਣਾ ਨੂੰ ਜਾਂ ਜਿਹੜੇ ਹੋਰ ਜਿਹੜੇ ਵੀ ਲੀਡਰ ਹੈਗੇ ਨੇ, ਇਹਨਾਂ ਨੂੰ ਸਰ ਸਮਝਾਇਆ ਨਹੀਂ ਜਾ ਸਕਦਾ। ਗੁਰਬਾਣੀ ਦਾ ਇੱਕ ਸ਼ਲੋਕ ਹੈਗਾ ਫਰੀਦਾ, ਉਹ ਕਹਿੰਦੇ ਆ ਕਹਿੰਦੇ ਆ ਮਤੀ ਦਿੰਦੇ ਆ ਨਿਤ, ਜੋ ਸ਼ੈਤਾਨ ਬੰਜਾਇਆ ਸੇਕਤ ਫੇਰੇ ਚਿੱਤ। ਇਹਨਾਂ ਦਾ ਹਿਰਦੇ ਪਰਿਵਰਤਨ ਨਹੀਂ ਹੋ ਸਕਦਾ। ਜੇ ਸ਼ੇਰ ਨੂੰ ਸਮਝਾਓਗੇ ਭਾਈ ਜਾਨਵਰ ਨਹੀਂ ਮਾਰਨੇ, ਘਾਹ ਖਾ ਲਓ, ਉਹ ਕਹਿੰਦਾ ਤੂੰ ਪਾਗਲ ਆ ਯਾਰ, ਮੇਰਾ ਤਾਂ ਖੁਰਾਕ ਹੀ ਇਹ ਹੈ। ਬਿਲਕੁਲ ਇਹਨਾਂ ਗੋਲਕਾਂ ਦੇ ਨਾਲ ਸਨੇਹ ਤੋੜਨਾ ਬਿਲਕੁਲ ਸੰਭਵ ਹੈ। ਦਸਮ ਪਾਤਸ਼ਾਹ ਆਪ ਤੋੜ ਦੇਣ, ਇਹ ਸਿੱਖਾਂ ਤੋਂ ਟੁੱਟਣਾ ਨਹੀਂ ਹੈਗਾ ਇਹਨਾਂ ਦਾ। ਸੋ ਇਹਦਾ ਇਲਾਜ ਇਹੀ ਹੈ ਵੀ ਇਹ ਪਾਸੇ ਕੀਤੇ ਜਾਣ। ਇਹ ਬਿਲਕੁਲ ਪਾਸੇ ਕੀਤੇ ਤਾਂ ਜਾਣ, ਪਰ ਪਾਸੇ ਕਰਿਆ ਕੌਣ? ਕਿਉਂਕਿ ਜਿੰਨੀਆਂ ਹੋਰ ਸਿੱਖ ਜਥੇਬੰਦੀਆਂ ਸਾਹਮਣੇ ਆਉਂਦੀਆਂ ਨੇ, ਜਿੰਨੀਆਂ ਸਿੱਖ ਜਥੇਬੰਦੀਆਂ ਅੱਜ SGPC ਦੀਆਂ ਚੋਣਾਂ ਨੂੰ ਲੈ ਕੇ ਵੀ ਐਕਟਿਵ ਨੇ ਵੀ ਅਸੀਂ ਚੋਣ ਲੜਾਂਗੇ, ਤੇ ਜਦੋਂ ਇਹਨਾਂ ਨੂੰ ਕਿਹਾ ਜਾਂਦਾ ਹੈ ਵੀ ਇੱਕ ਡੰਡੇ ਇੱਕ ਝੰਡੇ ਥੱਲੇ ਇਕੱਠੇ ਹੋਵੋ, ਜੇਕਰ ਤੁਸੀਂ ਵਾਕਈ ਹੀ ਅਕਾਲ ਤਖਤ ਆਜ਼ਾਦ ਕਰਵਾਉਣਾ ਹੈ, SGPC ਜੇ ਤੁਸੀਂ ਆਜ਼ਾਦ ਕਰਵਾਉਣੀ ਹੈ, ਤੇ ਫਿਰ ਆਪਣੇ ਡੰਡੇ ਆਪਣੇ ਝੰਡੇ ਲੈ ਕੇ ਸ਼ੁਰੂ ਹੋ ਜਾਂਦੇ ਨੇ ਕਿ ਨਾ ਜੀ ਅਸੀਂ ਕਰਾਂਗੇ, ਅਸੀਂ ਸਾਡਾ ਕੁਨਵਾ ਇਹ ਹੈ ਤੇ ਸਾਡੇ ਜਥੇਦਾਰੀ ਇਹ ਹੈ ਤੇ ਸਰ ਜੇ SGPC ਸਾਡੀ ਪ੍ਰਧਾਨਗੀ ਇਹ ਹੈ। ਬਸ ਆਪਣੀਆਂ ਜਥੇਦਾਰੀਆਂ ਆਪਣੀਆਂ ਪ੍ਰਧਾਨਗੀਆਂ ਪਿੱਛੇ ਲੱਗੇ ਨੇ। ਇਹਨਾਂ ਨੂੰ ਕੌਮ ਨਾਲ ਤਾਂ ਕਿਸੇ ਵੀ ਮਤਲਬ ਜਿੰਨੇ ਵੀ ਲੀਡਰ ਸਾਡੇ ਪੰਥਕ ਹੈਗੇ ਉਹਨਾਂ ਵਿੱਚ ਕਿਸੇ ਨੂੰ ਕੋਈ ਸਾਰੋਕਾਰੀ ਹੈ? ਸਰ ਇਹਨਾਂ ਨੂੰ ਤਾਂ ਪੰਥਕ ਕਹਿਣਾ ਹੀ ਮਾੜੀ ਗੱਲ ਹੈ। ਇਹ ਲੀਡਰ ਦਾ ਪੰਥਕ ਹੈ ਹੀ ਨਹੀਂ। ਕਦੇ ਇਹਨਾਂ ਨੇ ਜਿੰਨੇ ਵੀ ਇਤਿਹਾਸ 'ਚ ਮੌਕੇ ਆਏ ਨੇ, ਇਹਨਾਂ ਨੇ ਕਦੇ ਪੰਥਕ ਹੋਣ ਦਾ ਸਬੂਤ ਦਿੱਤਾ ਨਹੀਂ ਹੈਗਾ। ਤੁਸੀਂ ਹਰਪ੍ਰੀਤ ਦੀ ਗੱਲ ਕਰਤੀ, ਉਹ ਵੀ ਤਾਂ ਜ਼ਮਾਨਾ ਯਾਦ ਕਰ ਲਓ ਜਦੋਂ ਜਥੇਦਾਰ ਪੰਜੇ ਦੇ ਤਖਤਾਂ ਦੇ ਜਥੇਦਾਰ ਝੋਲੇ ਚੱਕ ਕੇ ਆਪਣੇ ਉਹਦੇ ਕੋਠੀ ਪਹੁੰਚ ਗਏ ਸੀ ਜਾ ਕੇ ਉਹਨੂੰ ਮਾਫ ਕਰਨ ਵਾਸਤੇ। ਬਿਲਕੁਲ ਉਹਦੀ ਗਿਰਾਵਟ ਕਿੱਥੇ ਸੀ? ਫਿਰ ਜਿਹੜਾ ਪਾਕਿਸਤਾਨ 'ਚ ਸ਼ਰਾਬੀ ਮਰਿਆ ਸੀ ਸਰਬਜੀਤ, ਉਹਦੀ ਸੰਸਕਾਰ ਤੇ ਜਥੇਦਾਰ ਪਹੁੰਚ ਗਿਆ ਸੀਗਾ। ਇਹ ਸਰ ਕਿਸੇ ਦੇ ਕਹੇ ਚੱਲਦੇ ਨਹੀਂ, ਆਪਣਾ ਦਿਮਾਗ ਬਿਲਕੁਲ ਨਹੀਂ ਹੈਗਾ। ਇਹਨਾਂ ਕੋਲੋਂ ਤਾਂ ਆਸ ਕਰਨੀ ਮਾੜੀ ਗੱਲ ਹੈ ਸਰ। ਹੁਣ ਤਾਂ ਦੇਖੋ ਜਿਹੜੇ ਆਮ ਸਿੱਖ ਨੇ, ਜਿਵੇਂ ਤੁਸੀਂ ਹੋ, ਹੋਰ ਨੇ, ਸਾਰੇ ਪੜ੍ਹੇ ਲਿਖੇ ਹੋ, ਆਪਣੀ ਜ਼ਿੰਮੇਵਾਰੀ ਸਮਝੀਏ ਔਰ ਇਹਦੇ ਬਹਿ ਕੇ ਕੋਈ ਰੋਡ ਮੈਪ ਤਿਆਰ ਕਰੀਏ ਜਿਹਦੇ ਨਾਲ ਕੌਮ ਨੂੰ ਨਿਘਾਰ ਹੋ ਸਕੇ। ਗੁਰੂ ਦਾ ਓਟ ਆਸਰਾ ਲਈਏ। ਆਮ ਜਿਹੜੀ ਜਥੇਬੰਦੀਆਂ ਸਰ ਕਿਸੇ 'ਚ ਕੀ ਕਮਜ਼ੋਰੀ ਹੈ? ਮੈਂ ਕਹਿੰਦਾ ਸੁਖਪਾਲ ਖਹਿਰਾ ਹੈਗਾ, ਦਾੜੀ ਕੱਟਦਾ ਮੰਨ ਲਿਆ, ਇਹਦੇ ਕੋਲ ਇਹਦੇ ਵਿਚਾਰ ਤਾਂ ਲਏ ਜਾ ਸਕਦੇ ਨੇ, ਕਿਸੇ ਹੋਰ ਦੇ ਵਿਚਾਰ ਲਏ ਜਾ ਸਕਦੇ ਨੇ। ਇਕੱਠੇ ਹੋ ਜੇ ਕੌਮ 15-20 ਐਂ ਕਰ ਲਓ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਨੇ, ਨੈਟ ਤੇ ਪਾ ਦਿਓ ਵੀ ਭਾਈ ਹੁਣ ਕੌਮ ਦਾ ਇਹ ਸੰਘਰਸ਼ ਕਰਨ ਦਾ ਟਾਈਮ ਹੈਗਾ ਵੀ ਆਪਣਾ ਬੇੜਾ ਸੰਭਾਲਣ ਦਾ ਹੈਗਾ, ਆਓ ਆਪਣੇ ਵਿਚਾਰ ਦਈਏ। ਉੱਥੇ ਇਕੱਠੇ ਕਰਕੇ ਆਪਣਾ ਰੋਡ ਮੈਪ ਤਿਆਰ ਹੋ ਜਾਏਗਾ। ਉਹਦੇ ਲੋਕਾਂ ਅੱਗੇ ਰੱਖੋ, ਪਿੰਡ ਜਾ ਕੇ ਨੈਟ ਦੀ ਵਰਤੋਂ ਕਰੋ ਤੇ ਆਪੇ ਲੋਕਾਂ ਤੱਕ ਗੱਲ ਪਹੁੰਚੇਗੀ। ਤੇ ਜਿਹੜੀਆਂ ਜਥੇਬੰਦੀਆਂ ਸਪੋਜ਼ ਹੈਗੀਆਂ, ਚਾਹੇ ਬਾਈ ਦੀਪ ਵਾਲੀ ਹੈਗੀ, ਚਾਹੇ ਕੋਈ ਹੈਗੀ ਹੈ, ਇਹ ਪਿੰਡਾਂ ਜਾ ਕੇ ਦੱਸਣ ਲੋਕਾਂ ਨੂੰ ਭਾਈ ਵੋਟਾਂ ਦਾ ਤਾਂ ਫਾਇਦਾ ਹੋ ਜਾਏਗਾ ਜੇ ਆਹ ਕੰਮ ਆਪਣੇ ਹੋ ਜਾਣਗੇ, ਆਪਣਾ ਇੰਨਾ ਪੈਸਾ ਉੱਥੇ ਹੋ ਰਿਹਾ, ਇੰਨਾ ਇੱਧਰ ਜਾ ਰਿਹਾ, ਉਹ ਸਾਰੀਆਂ ਲੋਕਾਂ ਨਾਲ ਗੱਲਾਂ ਕਰਨੀਆਂ ਪੈਣਗੀਆਂ। ਹੁਣ ਤਾਂ ਇਹ ਸਾਰਾ ਇੱਕ ਕਵਰ ਕਰ ਦਿੰਦੇ ਨੇ। ਇਹਦਾ ਜੀ ਗੁਰੂ ਰਾਮਦਾਸ ਨੇ ਠੱਗੀ ਚੋਰੀ ਕਰਨੀ ਬਿਲਕੁਲ ਨਹੀਂ ਸਿਖਾਈ ਕਿਸੇ ਨੂੰ। ਬਿਲਕੁਲ। ਪਰ ਜਿਸ ਥਾਂ ਦੇ ਉੱਤੇ ਅੱਜ ਆ ਕੇ ਕੌਮ ਖੜੀ ਹੈ, ਹਰ ਪਾਸਿਓਂ ਤੁਹਾਨੂੰ ਪਤਾ ਹੈ ਕਿ ਸਿੱਖ ਕੌਮ ਦੇ ਉੱਤੇ, ਪੰਥ ਉੱਤੇ ਹਮਲੇ ਹੋ ਰਹੇ ਨੇ। ਬੌਧਿਕ ਤੌਰ ਤੇ ਵੀ ਹੋ ਰਹੇ ਨੇ, ਮਾਨਸਿਕ ਤੌਰ ਤੇ ਵੀ ਹੋ ਰਹੇ ਨੇ, ਸਰੀਰਕ ਤੌਰ ਤੇ ਵੀ ਹੋ ਰਹੇ ਨੇ, ਤੇ ਫਾਈਨੈਂਸ਼ੀਅਲ ਤੌਰ ਦੇ ਉੱਤੇ ਤਾਂ ਬਹੁਤ ਲੰਬੇ ਸਮੇਂ ਤੋਂ ਚੱਲ ਹੀ ਰਿਹਾ ਹੈ, ਘੁਣ ਲੱਗਿਆ ਹੋਇਆ ਹੈ ਤੇ ਸਾਨੂੰ ਸਾਰਿਆਂ ਨੂੰ ਦਿਖ ਵੀ ਰਿਹਾ ਹੈ। ਪਰ ਫਿਰ ਵੀ ਅਸੀਂ ਉਹ ਜਿੱਦਾਂ ਕਹਿੰਦੇ ਨੇ ਵੀ ਗਾਂਧੀ ਦੇ ਜਿਹੜੇ 3 ਬਾਂਦਰ ਹੁੰਦੇ ਨੇ, ਇੱਕ ਨੇ ਅੱਖਾਂ ਬੰਦ ਕੀਤੀਆਂ, ਇੱਕ ਨੇ ਕੰਨ ਬੰਦ ਕੀਤੇ, ਇੱਕ ਨੇ ਮੂੰਹ ਬੰਦ ਕੀਤਾ। ਸਾਡੇ ਅੱਜ ਜਥੇਦਾਰਾਂ ਪ੍ਰਧਾਨਾਂ ਦਾ ਉਹ ਹਾਲ ਕਿਉਂ ਹੈ? ਕਿਉਂ ਅਸੀਂ ਜ਼ੁਬਾਨ ਨਹੀਂ ਖੋਲਦੇ? ਜਿਹੜੇ ਸਾਡੇ ਪੰਥਕ ਆਗੂ ਵੀ ਸਾਹਮਣੇ ਲੱਗੇ ਹੋਏ ਨੇ, ਉਹ ਵੀ ਕਿਉਂ ਆਪਣੇ ਅੱਖਾਂ ਮੂੰਹ ਕੰਨ ਬੰਦ ਕਰਕੇ ਬੈਠੇ ਆ? ਸਰ ਕੰਨ ਬੰਦ ਉਹਨਾਂ ਦੇ ਨਹੀਂ ਹੈਗੇ, ਸਾਡੇ ਬੰਦ ਨੇ ਸਰ। ਅਸੀਂ ਨਹੀਂ ਬੋਲ ਰਹੇ ਸਰ। ਹੁਣ ਦੇਖੋ ਮੇਰੀ ਗੱਲ ਸੁਣੋ, ਬੰਦਾ ਚੁੱਪ ਕੌਣ ਰਹਿੰਦਾ? ਜਿਹੜਾ ਕਾਣਾ ਹੋਵੇ। ਆਪਾਂ ਤਾਂ ਕਾਣੇ ਨਹੀਂ ਹੈ, ਆਪਾਂ ਕਿਉਂ ਨਹੀਂ ਅੱਗੇ ਆਉਂਦੇ ਜੀ? ਆਪ ਲੋਕ ਕਿਉਂ ਨਹੀਂ ਬੋਲਦੇ? ਕੋਈ ਬੋਲਦਾ ਕਿਸੇ ਦੇ ਅੱਗੇ? ਕੋਈ ਬੋਲਦਾ? ਕੋਈ ਨਹੀਂ ਬੋਲਦਾ। ਦੇਖੋ ਗੁਰੂ ਸਾਹਿਬ ਨੇ ਹਰੇਕ ਨੂੰ ਇੰਨੀ ਸਮਰੱਥਾ ਬਖਸ਼ੀ ਹੈ ਵੀ ਹਰੇਕ ਚੀਜ਼ ਦੇ ਖਿਲਾਫ ਉੱਠ ਖੜੇ ਹੋ ਜਾਓ। ਹੁਣ ਜਦੋਂ ਗੁਰੂ ਨਾਨਕ ਸਾਹਿਬ ਬਾਬਰ ਦੇ ਖਿਲਾਫ ਬੋਲੇ ਨੇ, ਉਹਨਾਂ ਨੇ ਕਿਸੇ ਦੀ ਪ੍ਰਵਾਨਗੀ ਲਈ? ਹੈਲੋ
ਜੀ ਉਹਨਾਂ ਦੇ ਪਰਸਨਲ ਅਟੈਕ ਤਾਂ ਬਾਬਰ ਨੇ ਨਹੀਂ ਸੀ ਕੀਤਾ, ਪਰ ਬੰਦੇ ਉੱਠ ਖੜੇ ਹੋਏ, ਉਹਨਾਂ ਦੇ ਨਾਂ ਤੇ ਦੁਨੀਆ ਚੱਲ ਰਹੀ ਹੈ ਹੁਣ ਅੱਜ ਕੱਲ੍ਹ। ਸਰ ਆਪਾਂ ਆਮ ਸਿੱਖਾਂ ਨੂੰ ਕੀ ਬਿਮਾਰੀ ਹੈ ਸਰ? ਆਪ ਆਮ ਲੋਕ ਸੋਚੋ, ਇਹ ਪੜ੍ਹੇ ਲਿਖੇ ਹੋ, ਕਿੰਨੇ ਪ੍ਰੋਫੈਸਰ ਨੇ, ਕਿੰਨੇ ਪੱਤਰਕਾਰ ਨੇ, ਕਿੰਨੇ ਵਕੀਲ ਨੇ, ਕਿੰਨੇ ਆਮ ਜਾ ਕੇ ਪੜ੍ਹੇ ਲਿਖੇ MA BA ਤੁਰੇ ਫਿਰਦੇ ਨੇ। ਇਹ ਕੋਈ ਨਾ ਸੋਚ ਕੇ ਨਹੀਂ ਕਰ ਸਕਦੇ ਵੀ ਕੌਮ ਦਾ ਕੀ ਕਰਨਾ ਜੀ। ਜਿਹੜੇ ਆਪਣੇ ਤੁਸੀਂ ਜਿਨ੍ਹਾਂ ਦੇ ਕੋਲ ਆਪਾਂ ਆਸ ਕਰਦੇ ਹਾਂ ਵੀ ਇਹ ਕਿਉਂ ਨਹੀਂ ਬੋਲਦੇ, ਉਹਨਾਂ ਨੇ ਤਾਂ ਬੋਲ ਕੇ ਸਾਨੂੰ ਦਿਖਾ ਦਿੱਤਾ ਹੋਇਆ ਵੀ ਸਾਡਾ ਬੋਲਿਆ ਤਾਂ ਆਹ ਕੁਛ ਹੈ। ਤੁਹਾਡਾ ਪਾਣੀ ਵੀ ਗਿਆ, ਰਾਜਧਾਨੀ ਵੀ ਗਈ, ਬੋਲੀ ਵੀ ਜਾ ਰਹੀ ਹੈ। ਬਿਲਕੁਲ ਪੱਲੇ ਬਚਿਆ ਕੀ ਹੈ ਸਰ? ਪੱਲੇ ਦੱਸੋ ਕੀ ਹੈ? ਹੁਣ ਦੇਖੋ ਮੇਰੀ ਗੱਲ ਸੁਣੋ, ਜੇ ਆਪਾਂ ਨਾ ਜਾਗੇ, ਕੌਮ ਨਾ ਜਾਗੀ, ਕੌਮ ਨੇ ਐਕਟਿਵਲੀ ਹਿੱਸਾ ਨਾ ਲਿਆ, ਕੌਮ ਨੇ ਆਪਣੀਆਂ ਵਾਗਾਂ ਛੱਡਤੀਆਂ, ਚਲੋ ਜੀ ਗੁਰੂ ਆਪ ਰੱਖਾ ਜੀ, ਇਹ ਤਾਂ ਇਹੀ ਕਰਦੇ ਹੁੰਦੇ ਨੇ, ਇਹ ਕਮਜ਼ੋਰੀ ਹੈ, ਇਹ ਮੈਦਾਨ ਛੱਡ ਕੇ ਭੱਜਣ ਵਾਲੀ ਗੱਲ ਦੀ ਪ੍ਰਵਿਰਤੀ ਹੈ ਇਹ। ਜੇ ਇਹ ਕੌਮ ਨੇ ਇਹ ਨਾ ਕੀਆਂ ਗੱਲਾਂ, ਕੱਲ੍ਹ ਨੂੰ ਇਤਿਹਾਸ ਇਹਨਾਂ ਨੂੰ ਨਹੀਂ ਦੋਸ਼ੀ ਦੇਗਾ, ਆਪਾਂ ਨੂੰ ਦੋਸ਼ੀ ਦੇਗਾ ਆਪਾਂ ਨੂੰ ਇਹ। ਜੀ ਸਰ ਜਿਹੜੇ ਇਹ ਅਕਾਲੀ ਆਗੂ ਹੁਣ ਹੈਗੇ ਨੇ ਜਾਂ ਪੰਥਕ ਆਗੂ ਜਿਹੜੇ ਹੁਣ ਹੈਗੇ ਨੇ, ਇਹ ਉਹਨਾਂ ਨੇ ਮਸੰਦਾਂ ਦੀ ਪੈਦਾਇਸ਼ ਨੇ, ਉਹ ਸੋਚ ਤੇ ਤੁਰ ਰਹੇ। ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ 100 ਸਾੜੇ ਸੀ, ਇਹ ਸੋਚ ਕੇ ਸਾੜੇ ਸੀ ਵੀ ਇਹਨਾਂ ਦਾ ਹਿਰਦੇ ਪਰਿਵਰਤਨ ਨਹੀਂ ਹੋ ਸਕਦਾ ਜੀ। ਇਹ ਗੱਲ ਸਾਨੂੰ ਸਿੱਖਾਂ ਨੂੰ ਸਮਝ ਲੈਣੀ ਚਾਹੀਦੀ ਹੈ ਵੀ ਇਹਨਾਂ ਨੂੰ ਦੁਬਾਰਾ ਇਹਨਾਂ ਕੋਲ ਜਾ ਕੇ ਜਾਣ ਦਾ ਵੀ ਤੁਸੀਂ ਜੀ ਆਹ ਕਰ ਲਓ, ਆਹ ਇਹ ਕਰ ਲਓ, ਆਹ ਗੁਰੂ ਦਾ ਰਾਹ ਹੈਗਾ, ਇਹ ਤੁਰ ਲਓ, ਇਹ ਬਿਲਕੁਲ ਬੇਸਮਝੀ ਵਾਲੀ ਗੱਲ ਹੋਣੀ ਹੈ। ਇਹਨਾਂ ਨੂੰ ਸਮਝਾਉਂਦੇ ਆਪਾਂ ਵੇਲਾ ਗਵਾ ਕੇ ਬਹਿ ਜਾਗੇ। ਜਿਹੜਾ ਕਮੇ ਨੇ ਹੱਥ ਪਾਇਆ ਕੈਲੰਡਰ, ਇਹਨਾਂ ਨੇ ਦੇਖੋ ਸਭ ਤੋਂ ਵੱਡੀ ਕੌਮ ਦੀ ਪ੍ਰਾਪਤੀ ਸੀ, ਉਹ ਚੱਕ ਕੇ ਪਰੇ ਮਾਰਿਆ। ਹੁਣ ਵੀ ਮੈਂ ਕਹਿੰਦਾ ਜੇ ਕੈਲੰਡਰ ਅਡਾਪਟ ਕਰ ਲਿਆ ਜਾਵੇ ਤੇ ਪੰਜਾਬੀ ਲੈਂਗੁਏਜ ਨਾਲ ਸਿੱਖਾਂ ਦਾ ਪਿਆਰ ਜੋੜਿਆ ਜਾਵੇ, ਬਹੁਤ ਕੁਝ ਪਰਿਵਰਤਨ ਹੋ ਸਕਦਾ। ਇਹ ਤਾਂ ਲੋਕਾਂ ਨੂੰ ਡਰਾਉਂਦੇ ਨੇ ਜੀ ਇਹ, ਵੀ ਜੇ ਤੁਸੀਂ ਕੋਈ ਗੱਲ ਕਰੀ ਹੱਕਾਂ ਦੀ, ਤੁਹਾਡੇ ਨਾਲ ਤਾਂ ਫਿਰ ਉਹ ਕਾਲਾ ਦੌਰ ਆ ਜਾਏਗਾ, ਤੁਹਾਡੇ ਤਾਂ ਫਿਰ ਇੰਨੇ ਲੱਖ ਬੰਦਾ ਮਾਰ ਦਿੱਤਾ ਗਿਆ, ਤੁਸੀਂ ਮਾਰਨ ਵਾਲੇ ਰਾਹ ਤੁਰਦੇ ਕਿਉਂ ਆ? ਬਿਲਕੁਲ ਤੁਸੀਂ ਦੇਖੋ, ਮੈਂ ਕਹਿੰਦਾ ਕੌਮ 2-3 ਕੰਮ ਕਰ ਲਵੇ। ਪਹਿਲੀ ਗੱਲ, ਜਥੇਦਾਰ ਜਿਹੜਾ ਵੀ ਹੈਗਾ, ਪਰ ਇਹਦੇ ਕੋਲ ਹਰਕਬੀਰ ਕੋਲ ਤਾਂ ਬਿਲਕੁਲ ਆਸ ਨਹੀਂ ਹੈਗੀ। ਮੈਂ ਪਹਿਲਾਂ ਹਰਕਬੀਰ ਨਾਲ ਵੀ ਗੱਲ ਕਰੀ ਸੀ, ਮੈਂ ਕਿਹਾ ਤੁਸੀਂ ਐਡਵਾਈਜ਼ਰੀ ਜਾਰੀ ਕਰੋ ਵੀ ਹਰੇਕ ਸਿੱਖ ਜਾਂ ਪੰਜਾਬੀ ਨੂੰ ਪਿਆਰ ਕਰਨ ਵਾਲਾ ਜਿਹੜੀ ਮਰਜ਼ੀ ਭਾਸ਼ਾ 'ਚ ਲਿਖੇ ਜਾਂ ਬੋਲੇ, ਦਸਤਖਤ ਪੰਜਾਬੀ 'ਚ ਕਰੇ। ਇਹ ਕਿਹੜਾ ਕਾਲਾ ਦੌਰ ਆ ਜਾਊਗਾ ਜੀ? ਬਿਲਕੁਲ। ਸੈਕੰਡਲੀ ਮੈਂ ਕਿਹਾ ਸੀ ਵੀ ਆਪਣਾ ਕੈਲੰਡਰ ਅਡਾਪਟ ਕਰ ਲਓ, ਜਲੂਸ ਨਾ ਕਢਵਾਓ, 2 ਗੁਰਪੁਰਬ, 2 ਇਹ ਜਨਮ ਪ੍ਰਕਾਸ਼ ਉਤਸਵ, ਇਹ ਕੰਮ ਨਾ ਕਰੋ। ਹਾਂਜੀ, ਤੀਸਰਾ ਮੈਂ ਕਿਹਾ ਸੀਗਾ ਵੀ ਤੁਸੀਂ ਜਿਹੜੇ MP MLA ਚੁਣਦੇ ਉਹਨਾਂ ਕੋਲ 100 ਪੱਤਰ ਭਰਵਾਓ ਵੀ ਅਸੀਂ ਜਾ ਕੇ ਉੱਥੇ ਹਿੰਦੀ ਨਹੀਂ ਬੋਲਾਂਗੇ, ਪੰਜਾਬੀ ਅੰਗਰੇਜ਼ੀ 'ਚ ਗੱਲ ਕਰਾਂਗੇ। ਇੰਨੇ ਨਾਲ ਸਰ ਜੇ ਪਟਾਕੇ ਨਾ ਪੈਣੇ, ਮੈਨੂੰ ਕਿਸੇ ਨੂੰ ਫੜ ਲਿਆ ਕੇ, ਕੋਈ ਬੰਦਾ ਮਰਵਾਉਣ ਦੀ ਲੋੜ ਨਹੀਂ, ਕੋਈ ਮੁੰਡਾ ਮਰਵਾਉਣ ਦੀ ਲੋੜ ਨਹੀਂ, ਕੋਈ ਨਾਰੇ ਮਾਰ। ਸਰ ਇਹ ਜਿਹੜੇ ਹੱਕ ਦੀ ਗੱਲ ਕਰਨ ਨੂੰ ਕਹਿੰਦੇ ਗਰਮ ਨਾਰੇ, ਸਰ ਗਰਮ ਨਾਰੇ ਹੱਕ ਦੀ ਗੱਲ ਕਰਨ ਨਾਲ ਪਿੱਛੇ ਨਿਕਲ ਆਉਂਦੀ ਹੈ ਜੀ। ਬਿਲਕੁਲ। ਕਿਸੇ ਦੇ ਕਿਹਦੇ ਪਿੱਛੇ ਨਿਕਲੀ ਹੈ, ਗਰਮ ਨਾਰਾ ਵੱਜ ਗਿਆ ਜੀ, ਇੰਨੀ ਗਰਮੀ ਹੋ ਗਈ, ਠੰਡੇ ਨਾਲ ਕਿਸੇ ਨੂੰ ਨਮੂਨੀਆ ਹੋ ਗਿਆ ਹੋਵੇ। ਬਿਲਕੁਲ, ਇਹ ਤਾਂ ਉਹੀ ਗੱਲ ਹੈ ਨਾ ਵੀ ਇਹਨਾਂ ਨੇ ਜਾਣਬੁੱਝ ਕੇ ਜੇ ਕਿਸੇ ਨੇ ਹੱਕ ਦੀ ਗੱਲ ਕਰਨੀ ਹੈ ਤਾਂ ਉਸ ਨੂੰ ਜਾਂ ਤਾਂ ਦੇਸ਼ ਵਿਰੋਧੀ ਜਾਂ ਕੌਮ ਵਿਰੋਧੀ ਦੱਸ ਕੇ ਤੇ ਉਹਨਾਂ ਨੂੰ ਜਾਂ ਤਾਂ ਜੇਲ੍ਹਾਂ 'ਚ ਸੁੱਟਣਾ ਜਾਂ ਝੂਠੇ ਪਰਚੇ ਪਾ ਕੇ ਦੱਬਣਾ ਆ। ਇਹ ਤਾਂ ਕਵਾਇਤਾਂ ਬਹੁਤ ਲੰਬੇ ਸਮੇਂ ਤੋਂ ਚੱਲ ਹੀ ਰਹੀਆਂ ਨੇ, ਪਰ ਇਹ ਹੁਣ ਕੌਮ ਨੂੰ ਹੀ ਸੋਚਣਾ ਪੈਣਾ ਹੈ ਕਿ ਅਸੀਂ ਕਿੱਦਾਂ ਚੱਲਣਾ ਆ। ਇਹ ਜਿਹੜੇ ਲਿਫਾਫੇ 'ਚੋਂ ਨਿਕਲੇ ਜਥੇਦਾਰ ਪ੍ਰਧਾਨ ਨੇ, ਕਿ ਇਹਨਾਂ ਦੇ ਹੱਥ ਦੇ ਵਿੱਚ ਹੀ ਬਾਗਡੋਰ ਅਸੀਂ ਛੱਡਣੀ ਹੈ ਜਾਂ ਅਸੀਂ ਆਪ ਸਿਰ ਜੋੜ ਕੇ ਕੌਮ ਨੇ ਬਾਗਡੋਰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰਨੀ। ਸਰ ਮੈਂ ਤਾਂ ਕਹਿਣਾ ਅਪੀਲ ਕਰੋ ਜੀ ਆਪਾਂ ਸਾਰਿਆਂ ਨੂੰ। ਮੈਂ ਸਵੇਰੇ ਵੀ ਭਾਈ ਹਰਜਿੰਦਰ ਸਿੰਘ ਮਾਝੀ ਹੁਣਾਂ ਨਾਲ ਗੱਲ ਕਰੀ ਸੀ, ਮੈਂ ਕਿਹਾ ਤੁਸੀਂ ਵੀ ਅੱਗੇ ਲੱਗੋ ਜੀ, ਸਾਰੇ ਲੱਗ ਕੇ ਆਪਾਂ ਇਹ ਸਾਰਿਆਂ ਨੂੰ ਕਿਸੇ ਜਿਹੜੇ ਅਜਮਾਏ ਹੋਏ ਨੇ ਉਹਨਾਂ ਨੂੰ ਤਾਂ ਲੋੜ ਤਾਂ ਹੈ ਨਹੀਂ। ਬਿਲਕੁਲ ਜੀ, ਸਾਰਿਆਂ ਨੂੰ ਚਾਹੀਦਾ ਜਿਹੜੇ ਆਪਣੇ ਡੰਡੇ ਆਪਣੇ ਝੰਡੇ ਲੈ ਕੇ ਬੈਠੇ ਨੇ, ਚਾਹੇ ਭਾਈ ਬਲਦੇਵ ਸਿੰਘ ਵਡਾਲਾ ਹੋਣ, ਚਾਹੇ ਜਥੇਦਾਰ ਰਣਜੀਤ ਸਿੰਘ ਹੋਣ, ਚਾਹੇ ਮਾਨਦਲ ਹੋਵੇ। ਇਹ ਸਰ ਮਾਨਮੋਹਨ ਦੱਸ ਮੇਰੀ ਗੱਲ ਸੁਣ ਲਓ, ਜਦੋਂ ਪੱਠਾ ਬਿਠਾਇਆ ਨਾ ਸਿੱਖਾਂ ਦਾ, ਇਹਨਾਂ ਨੇ ਬਿਠਾਉਣਾ। ਅੱਗੇ ਵੀ ਜਦੋਂ ਸਨ 97 ਦੀ ਇਲੈਕਸ਼ਨ ਹੋਈ ਸੀ, ਸਾਰਾ ਸਮਝੌਤਾ ਹੋ ਗਿਆ ਸੀ ਜਥੇਬੰਦੀਆਂ ਦਾ, ਜਿਹਦੇ ਵਿਰੁੱਧ ਲੜੀਆਂ ਜਾਣਗੀਆਂ ਸੀ। ਉਦੋਂ ਪਹਿਲਾਂ ਕਿ ਅਨਾਊਂਸਮੈਂਟ ਹੁੰਦੀ, ਮਾਨ ਨੇ ਸਾਰੇ ਬੰਦੇ ਖੜੇ ਕਰਦੇ ਸੀ ਆਪਣੇ। ਸਰ ਇਹ ਗੱਲਾਂ, ਇਹ ਬੰਦਿਆਂ ਦੀਆਂ ਤਾਰਾਂ ਕਿਤੋਂ ਹੋਰ ਹਿਲਦੀਆਂ ਨੇ ਜੀ, ਜਿਹੜੇ ਬੰਦੇ ਉੱਤੇ ਬੈਠੇ ਨੇ। ਤੁਸੀਂ ਮੇਰੀ ਗੱਲ ਸੁਣੋ, ਜਦੋਂ ਇਤਿਹਾਸਕ ਦੇ ਅੱਗੇ ਲਿਖਿਆ ਜਾਏਗਾ ਇਹ ਗੱਲ ਤੇ ਇਹ ਰਿਕਾਰਡ ਕਰਿਆ ਜਾਏਗਾ ਵੀ ਕਿਸਾਨਾਂ ਨੇ ਬੜੀ ਦੂਰਅੰਦੇਸ਼ੀ ਵਰਤੀ। ਉਹਨਾਂ ਨੇ ਕਿਹਾ ਵੀ ਕੋਈ ਸਿਆਸੀ ਪਾਰਟੀ ਸਾਡੇ ਨੇੜੇ ਨਾ ਆਵੇ। ਜੇ ਆ ਜਾਂਦੀ ਕਿਸਾਨ ਮੋਰਚਾ 100-200% ਫੇਲ ਹੋ ਜਾਣਾ ਸੀਗਾ ਜੀ। ਇਹਨਾਂ ਸਾਰਿਆਂ ਦੀਆਂ ਚਾਬੀਆਂ ਉੱਥੇ ਹੀ ਨੇ, ਦਿੱਲੀ 'ਚ ਇਹਨਾਂ ਦੀਆਂ ਸਾਰਿਆਂ ਦੀਆਂ। ਜੀ ਬਿਲਕੁਲ ਜੀ, ਉਮੀਦ ਕਰਦਾ ਵੀ ਜੋ ਗੱਲਾਂ ਇਹਨਾਂ ਨੂੰ ਦੇਖੋ ਸਰ, ਇੱਕੋ ਹੀ ਸੰਸਾਰ ਹੈ ਵੀ ਜਿਹੜੇ ਮੈਂ ਇਹ ਸਾਡੇ ਦਾ ਜਿਸ ਗੱਡੀਆਂ 'ਚ ਅਸੀਂ ਬਹਿ ਕੇ ਸਰਕਾਰ ਸਾਡੇ ਕੋਲ ਬਣ ਗਈ, ਸਾਡੇ ਵਾਸਤੇ ਤਾਂ ਪੰਥ ਦੀ ਪਰਮ ਪ੍ਰਾਪਤੀ ਹੋ ਗਈ ਜੀ ਇਹ। ਜੀ
ਚਲੋ ਉਮੀਦ ਕਰਦਾ ਵੀ ਜੋ ਗੱਲਾਂ ਤੁਸੀਂ ਕਹੀਆਂ ਨੇ ਵਕੀਲ ਸਾਹਿਬ ਇਹ ਗੱਲਾਂ ਜ਼ਰੂਰ ਪੰਥ ਤੇ ਕੌਮ ਦੇ ਕੰਨਾਂ ਤੱਕ ਪਹੁੰਚਣਗੀਆਂ ਤੇ ਜਿਹੜੇ ਅੱਖਾਂ ਬੰਦ ਕਰੀ ਬੈਠੇ ਨੇ ਜਿਹਨਾਂ ਨੇ ਸਿਰਫ ਇਹੀ ਕਹਿ ਕੇ ਹਰ ਚੀਜ਼ ਨੂੰ ਪੱਲਾ ਝਾੜ ਦਿੰਦੇ ਗੁਰੂ ਰਾਮਦਾਸ ਦਾ ਦਰ ਹੈ ਤੇ ਕੋਈ ਗੱਲ ਨਹੀਂ ਗੁਰੂ ਰਾਮਦਾਸ ਆਪੇ ਸਾਂਭ ਲੈਣਗੇ ਤੇ ਉਹਨਾਂ ਨੂੰ ਵੀ ਹੁਣ ਸੋਚਣਾ ਬਣਦਾ ਹੈ ਵੀ ਗੁਰੂ ਨੇ ਸਾਨੂੰ ਮੱਤ ਵੀ ਦਿੱਤੀ ਹੈ, ਸਰੀਰ ਵੀ ਦਿੱਤੇ ਆ ਤੇ ਅਸੀਂ ਜਦੋਂ ਤੱਕ ਜੂਝਦੇ ਨਹੀਂ ਉਦੋਂ ਤੱਕ ਸਾਡੇ ਪੱਲੇ ਕੁਛ ਨਹੀਂ ਪੈਣਾ। ਗੁਰੂ ਇੱਕ ਹੱਦ ਤੱਕ ਸਾਡਾ ਸਾਥ ਦਿੰਦਾ ਹੈ ਪਰ ਉਹਨੇ ਸਿੰਘ ਆਪਣੇ ਆਪ ਦੇ ਵਿੱਚ ਸਮਰੱਥ ਬਣਾਏ ਆ ਤੇ ਜੇਕਰ ਅਸੀਂ ਆਪਣੇ ਆਪ ਨੂੰ ਅਸਮਰੱਥ ਸਾਬਿਤ ਕਰਾਂਗੇ ਤੇ ਚੱਲਦੇ ਫਿਰਦੇ ਖਾਂਦੇ ਪੀਂਦੇ ਅਸੀਂ ਰੱਬ ਦੇ ਸਹਾਰੇ ਜਾਂ ਵਾਹਿਗੁਰੂ ਦੇ ਸਹਾਰੇ ਹੀ ਸਭ ਕੁਝ ਛੱਡ ਦਾਂਗੇ ਤਾਂ ਸਭ ਕੁਝ ਪਹਿਲਾਂ ਜਿੱਦਾਂ ਲੁੱਟਿਆ ਜਾ ਰਿਹਾ ਉਦਾਂ ਹੀ ਲੁੱਟਿਆ ਜਾਏਗਾ ਤੇ ਲੁੱਟਿਆ ਜਾਂਦਾ ਰਹੇਗਾ। ਹੁਣ ਸਮਾਂ ਹੈ ਕਿ ਕੌਮ ਆਪ ਆਪਣੀਆਂ ਅੱਖਾਂ ਖੋਲ ਲਵੇ। ਸਰ ਮੇਰੀ ਬੇਨਤੀ ਵੀ ਤੁਹਾਨੂੰ ਇਹੀ ਹੈ ਵੀ ਤੁਸੀਂ ਦੇਖੋ ਇੰਨਾ ਤੁਹਾਡਾ ਵਿਸ਼ਾਲ ਦਾਇਰਾ ਹੈਗਾ, ਤੁਸੀਂ ਲੋਕਾਂ ਨੂੰ ਸਮਝਾਓ ਵੀ ਆਪਾਂ ਗੁਰਦੁਆਰਿਆਂ 'ਚ 15-15 20 ਬੰਦੇ ਇਕੱਠੇ ਹੋ ਕੇ ਆਪਣੀ ਕੋਈ ਨਕਸ਼ਾ ਤਿਆਰ ਕਰੀਏ, ਫਿਰ ਇਹ ਇੱਕ ਸ਼ਹਿਰ ਦਾ ਬਣੇ ਦੂਜੇ ਸ਼ਹਿਰਾਂ 'ਚ ਜਾਣ ਆਏ ਕਰਕੇ ਜਾਂ ਕਾਫੀ ਵੱਡਾ ਗਰੁੱਪ ਹੋ ਜਾਏ ਤੇ ਇਸ ਤਰ੍ਹਾਂ ਕਰਕੇ ਤਾਂ ਕੋਈ ਚੀਜ਼ ਹੱਲ ਹੋ ਸਕਦੀ ਹੈ। ਗੁਰੂ ਸਾਹਿਬ ਦਾ ਤਾਂ ਇਹ ਹੈਗਾ ਜੀ ਮੈਂ ਤੁਹਾਨੂੰ ਗਿਆਨ ਦੇਤਾ, ਮੈਂ ਤੁਹਾਨੂੰ ਸੋਚਣ ਦੇ ਸਮਰੱਥ ਬਣਾਤਾ, ਹੁਣ ਤੁਸੀਂ ਆਪਣਾ ਆ ਜਿਹੜਾ ਅੱਗਾ ਮਾਰਗ ਆਪ ਤਰਾਸ਼ ਲਓ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਸਿੱਖਾਂ ਨੂੰ ਆਪ ਹੀ ਕਰਨਾ ਪੈਣਾ ਜੀ, ਕਿਸੇ ਹੋਰ ਕੋਲੋਂ ਆਸ ਨਾ ਕਰੋ ਵੀ ਹੋਰ ਕੋਈ ਕਰੂਗਾ। ਜੀ ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਦੇਣ ਵਾਸਤੇ ਤੇ ਉਮੀਦ ਕਰਦੇ ਹਾਂ ਵੀ ਤੁਹਾਡੀਆਂ ਕਈਆਂ ਗੱਲਾਂ ਹਰ ਜਾਗਦੀ ਜ਼ਮੀਰ ਵਾਲੇ ਸਿੱਖ ਦੇ ਜ਼ਿਹਨ ਤੇ ਜ਼ਰੂਰ ਅਸਰ ਕਰਨਗੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਪਰਮਜੀਤ ਸਿੰਘ ਦੀ ਵੀ ਤੁਸੀਂ ਸਾਰੀ ਗੱਲਬਾਤ ਸੁਣੀ, ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਅਗਰ ਸਾਡੇ ਪ੍ਰਧਾਨ ਸਾਡੇ ਜਥੇਦਾਰ ਬਕਾਊ ਨੇ, ਸਾਨੂੰ ਲੱਗਦਾ ਹੈ ਵੀ ਉਹਨਾਂ ਦੇ ਅੰਦਰ ਵਿਰਤੀ ਉਹਨਾਂ ਮਸੰਦਾਂ ਦੀ ਹੈ ਜਿਹੜੇ ਮਸੰਦ ਕਲਗੀਧਰ ਨੇ ਸਾੜੇ ਸੀ, ਤਾਂ ਫਿਰ ਹਰ ਸਿੱਖ ਦਾ ਫਰਜ਼ ਬਣਦਾ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਵੀ ਉਹ ਹੁਣ ਕਮਾਨ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰਨ। ਅਸੀਂ ਆਪ ਆਪਣੇ ਸਿਰ ਜੋੜੀਏ। ਹੁਣ ਵੱਡੀਆਂ ਵੱਡੀਆਂ ਧਿਰਾਂ ਜਿੰਨੀਆਂ ਬੈਠੀਆਂ ਨੇ, ਚਾਹੇ ਭਾਈ ਬਲਦੇਵ ਸਿੰਘ ਵਡਾਲਾ ਹੋਣ, ਸਿਮਰਜੀਤ ਸਿੰਘ ਮਾਨ ਹੋਣ, ਜਥੇਦਾਰ ਰਣਜੀਤ ਸਿੰਘ ਹੋਣ, ਹੋਰ ਜਿੰਨੀਆਂ ਛੋਟੀਆਂ ਮੋਟੀਆਂ ਧਿਰਾਂ ਨੇ ਜਿਹੜੀਆਂ SGPC ਦੀਆਂ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਅਗਰ ਵਾਕਈ ਹੀ ਤੁਹਾਡੇ ਜ਼ਮੀਰ ਜਾਗਦੇ ਨੇ ਤਾਂ ਆਪਣੀਆਂ ਜਥੇਦਾਰੀਆਂ ਆਪਣੀਆਂ ਪ੍ਰਧਾਨੀਆਂ ਛੱਡ ਕੇ ਹੱਥ ਬੰਨ੍ਹ ਕੇ ਦਿਲੋਂ ਬੇਨਤੀ ਕਰਦਾ ਪੂਰੀ ਸਿੱਖ ਕੌਮ ਵੱਲੋਂ, ਪੂਰੇ ਸਿੱਖ ਪੰਥ ਵੱਲੋਂ ਵੀ ਇੱਕ ਡੰਡੇ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਭਾਈ ਧਿਆਨ ਸਿੰਘ ਮਾਨ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਤੱਕ ਸੁਨੇਹਾ ਪਹੁੰਚਾਇਆ ਸੀ ਕਿ ਇੱਕ ਡੰਡਾ ਇੱਕ ਝੰਡਾ ਕਰ ਲਓ। ਉਹਨਾਂ ਨੇ ਨਹੀਂ ਕਰਨਾ, ਪਰ ਵਾਕਈ ਜੇਕਰ ਤੁਸੀਂ ਕੋਈ ਵੀ ਸਾਡੇ ਪੰਥਕ ਆਗੂ ਅਗਰ ਵਾਕਈ ਹੀ ਚਾਹੁੰਦੇ ਹੋ ਕਿ ਕੌਮ ਇੱਕ ਹੋਵੇ, ਇਹਨਾਂ ਮਸੰਦਾਂ ਤੋਂ ਪਿੱਛਾ ਛਡਾ ਸਕੀਏ, ਅਕਾਲ ਤਖਤ ਆਜ਼ਾਦ ਹੋਵੇ, SGPC ਆਜ਼ਾਦ ਹੋਵੇ, ਕਿਉਂਕਿ SGPC 'ਚ ਵੀ ਬਹੁਤ ਬਦਲਾਵ ਹੋਣੇ, ਕਿਉਂਕਿ ਅੰਗਰੇਜ਼ਾਂ ਦਾ ਬਣਾਇਆ ਹੋਇਆ ਕਾਨੂੰਨ ਆ ਜਿਹੜਾ ਅੱਗੇ ਇੰਡੀਅਨ ਗਵਰਨਮੈਂਟ ਨੇ ਅਡਾਪਟ ਕੀਤਾ ਤੇ SGPC ਦੇ ਜੋ ਵੀ ਕਾਰਨਾਮੇ ਹੁੰਦੇ ਨੇ ਉਹ ਸਾਰੇ ਕੇਂਦਰ ਸਰਕਾਰ ਵੱਲੋਂ ਹੀ ਚੱਲਦੇ ਨੇ, ਜੋ ਉਹ ਕਹਿੰਦੇ ਨੇ ਉਦਾਂ ਹੀ ਅੱਗੇ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿੱਦਾਂ DSGMC ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ BJP ਕਾਬਜ਼ ਹੈ, ਉਦਾਂ ਹੀ ਬਹੁਤ ਜ਼ਿਆਦਾ ਸਮਾਂ ਨਹੀਂ ਲੱਗਣਾ, ਡਾਇਰੈਕਟ ਵੇ ਇਨਡਾਇਰੈਕਟ ਵੇ ਉਹ ਅਜੇ ਵੀ ਅਕਾਲ ਤਖਤ ਤੇ ਵੀ ਕਾਬਜ਼ ਨੇ ਤੇ SGPC ਤੇ ਵੀ ਕਾਬਜ਼ ਨੇ, ਸਿੱਧੇ ਤੌਰ ਦੇ ਉੱਤੇ ਬੜੀ ਛੇਤੀ ਕਾਬਜ਼ ਹੋ ਜਾਣਗੇ ਤੁਹਾਡੇ ਸਾਹਮਣੇ। ਉਹ ਸਮਾਂ ਦੇਖਣਾ ਚਾਹੁੰਦੇ ਹੋ? ਜੇ ਨਹੀਂ ਦੇਖਣਾ ਚਾਹੁੰਦੇ ਤਾਂ ਫਿਰ ਬੇਨਤੀ ਇਹੀ ਹੈ, ਆਪਣੇ ਡੰਡੇ ਝੰਡੇ ਛੱਡ ਕੇ ਇੱਕ ਡੰਡੇ ਇੱਕ ਝੰਡੇ ਥੱਲੇ ਇਕੱਠੇ ਹੋਵੋ। SGPC ਦੀਆਂ ਜੇ ਚੋਣਾਂ ਲੜਦੀਆਂ ਨੇ ਸਾਰੇ ਮਿਲ ਕੇ ਲੜੋ। ਜਿਹੜੇ ਬੰਦੇ ਤੁਹਾਨੂੰ ਸੁਹਿਰਦ ਲੱਗਦੇ ਨੇ, ਜਿਹੜੇ ਤੁਹਾਨੂੰ ਹੱਥ ਠੋਕੇ ਨਹੀਂ ਲੱਗਦੇ ਸਿਆਸੀ ਧਿਰਾਂ ਦੇ, ਜਿਹੜੇ ਤੁਹਾਨੂੰ ਲੱਗਦਾ ਵਕਾਊ ਮਾਲ ਨਹੀਂ ਹੈ, ਜਿਹੜੇ ਤੁਹਾਨੂੰ ਲੱਗਦਾ ਕਿ NRI ਤੋਂ ਸਿਰਫ ਨੋਟ ਇਕੱਠੇ ਕਰਨ ਵਾਸਤੇ ਨਹੀਂ ਬੈਠੇ, ਉਹਨਾਂ ਨੂੰ ਚੁਣੋ। ਤੇ ਨਾਲ ਹੀ NRI ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਚਾਹੇ ਜਿਹੜੀਆਂ ਮਰਜ਼ੀ ਪੰਥਕ ਧਿਰਾਂ ਹੋਣ, ਵੱਡੀਆਂ ਤੋਂ ਵੱਡੀਆਂ, ਛੋਟੀਆਂ ਤੋਂ ਛੋਟੀਆਂ, ਤੁਸੀਂ ਇਸ ਵਾਰ ਥਾਣ ਲੋ ਇਹ ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ, ਉਸ ਗੁਰੂ ਰਾਮਦਾਸ ਦੇ ਘਰ ਤੇ ਚਾਹੇ ਤੁਸੀਂ ਜਿਹੜੇ ਮਰਜ਼ੀ ਕੰਟਰੀ 'ਚ ਬੈਠੇ ਹੋ ਮੱਥਾ ਟੇਕ ਕੇ ਹਾਜ਼ਰ ਨਾਜ਼ਰ ਮੰਨ ਕੇ ਨਾ ਇਸ ਵਾਰ ਆਪਣੇ ਮਨ ਦੇ ਵਿੱਚ ਧਾਰ ਲਿਓ ਵੀ ਸਿਰਫ ਉਸ ਸਿਆਸੀ ਆਗੂ ਦਾ ਜਾਂ ਉਸ ਧਾਰਮਿਕ ਪੰਥਕ ਆਗੂ ਦਾ ਤੁਸੀਂ ਸਾਥ ਦਿਓਗੇ, ਉਹਨਾਂ ਨੂੰ ਸਿਰਫ ਫੰਡਿੰਗ ਕਰੋਗੇ ਜੋ ਆਪਣੇ ਡੰਡੇ ਝੰਡੇ ਛੱਡ ਕੇ ਵਾਕਈ ਹੀ ਸਿੱਖ ਕੌਮ ਦੇ ਹੱਕ ਵਿੱਚ ਭੁਗਤਣ ਲਈ ਤਿਆਰ ਹੋਣਗੇ, ਜਿਹਨਾਂ ਅੰਦਰ ਆਕੜ ਨਹੀਂ ਹੋਏਗੀ ਵੀ ਮੈਂ ਅਗਰ ਇੱਕ ਡੰਡੇ ਥੱਲੇ ਇਕੱਠਾ ਹੋਣ ਲੱਗਿਆ, ਝੰਡੇ ਥੱਲੇ ਇਕੱਠੇ ਹੋਣ ਲੱਗਿਆ ਤਾਂ ਮੇਰੇ ਇੰਨੇ ਬੰਦੇ ਮੈਦਾਨ 'ਚ ਉਤਰਨਗੇ, ਜਾਂ ਮੈਨੂੰ ਇੰਨੀਆਂ ਸੀਟਾਂ ਤੁਸੀਂ ਦਿਓਗੇ, ਜਾਂ ਸਾਡਾ ਪ੍ਰਧਾਨ ਹੋਊਗਾ ਜਾਂ ਸਾਡਾ ਜਥੇਦਾਰ ਹੋਊਗਾ। ਜਿਹਨਾਂ ਦੀ ਇਹ ਵਿਰਤੀ ਹੋਊਗੀ ਨਾ, ਉਹਨਾਂ ਤੇ ਹਮੇਸ਼ਾ ਵਾਸਤੇ ਕਾਂਟਾ ਮਾਰ ਲਿਓ। ਫਿਰ ਜੋ ਕੁਝ ਤੁਹਾਨੂੰ ਦਿਖਾਉਂਦੇ ਨੇ ਵੀ ਉੱਥੇ ਸੇਵਾ ਚੱਲ ਰਹੀ ਹੈ ਜੀ, ਉੱਥੇ ਅਸੀਂ ਸਿੰਘਾਂ ਦੀ ਸੇਵਾ ਕਰ ਰਹੇ ਹਾਂ, ਜਾਂ ਉੱਥੇ ਅਸੀਂ ਫ੍ਰੀ ਦੇ ਵਿੱਚ ਸਕੂਲ ਖੋਲ ਲਏ ਆ, ਕਾਲਜ ਖੋਲ ਲਏ ਆ, ਪੜ੍ਹਾਈ ਦੇ ਰਹੇ ਆ, ਗਰੀਬ ਬੱਚਿਆਂ ਨੂੰ ਸਹਾਰਾ ਦੇ ਰਹੇ ਆ, ਉਹ ਸਭ ਕੁਝ ਨਹੀਂ ਹੈਗਾ। ਉਹ ਸਿਰਫ ਦਿਖਾਵਾ ਆ, ਧਕੋਸਲਾ ਹੈ। ਬਹੁਤਾਤ ਲੋਕਾਂ ਦਾ ਕੁਝ ਹੈ ਜੋ ਕਰਦੇ ਨੇ, ਬਹੁਤਾਤ ਪੰਥਕ ਆਗੂਆਂ ਦਾ ਉਹ ਸਿਰਫ ਦਿਖਾਵਾ ਤੁਹਾਡੇ ਤੋਂ ਨੋਟ ਇਕੱਠੇ ਕਰਨ ਵਾਸਤੇ। ਨੋਟ ਦੇਣੇ ਸਾਲ ਵਾਸਤੇ ਬੰਦ ਕਰ ਦਿਓ ਨਾ ਸਾਰੀਆਂ ਧਿਰਾਂ ਨੂੰ, ਪਤਾ ਲੱਗ ਜੂ ਤੁਹਾਨੂੰ ਕਿ ਵਾਕਈ ਹੀ ਤੁਹਾਨੂੰ ਪਿਆਰ ਕਰਨ ਵਾਲੇ ਕਿਹੜੇ ਨੇ, ਤੁਹਾਡਾ ਸਤਿਕਾਰ ਕਰਨ ਵਾਲੇ ਕਿਹੜੇ ਨੇ, ਤੇ ਕੌਮ ਲਈ ਆਪਣਾ ਆਪ ਕੁਰਬਾਨ ਕਰਨ ਵਾਲੇ ਕਿਹੜੇ ਨੇ। ਜਥੇਦਾਰ ਉਹ ਚਾਹੀਦਾ ਆ ਜਿਹੜਾ ਕੌਮ ਵਾਸਤੇ ਲੜ ਸਕੇ, ਮਰ ਸਕੇ। ਰਘੁਵੀਰ ਸਿੰਘ ਉਹ ਜਥੇਦਾਰ ਹੈ। ਜਦੋਂ ਅਨੰਦਪੁਰ ਸਾਹਿਬ
ਸੌਰੀ ਕੇਸਗੜ੍ਹ ਸਾਹਿਬ ਬੇਅਦਬੀ ਹੋਈ ਸੀ, ਬੀੜੀ ਪੀ ਕੇ ਧੂਆਂ ਮਾਰਿਆ ਗਿਆ ਸੀਗਾ, ਜਦੋਂ ਗ੍ਰੰਥ ਸਾਹਿਬ ਦੇ ਉੱਤੇ ਬੀੜੀ ਸੁੱਟੀ ਗਈ ਸੀ, ਉਦੋਂ ਇਸੇ ਜਥੇਦਾਰ ਨੂੰ ਪੁੱਛਿਆ ਗਿਆ ਸੀ ਵੀ ਤੁਸੀਂ ਕਿਉਂ ਨਹੀਂ ਸਜ਼ਾ ਦਿੱਤੀ, ਉਹਨੂੰ ਝਟਕਾਇਆ ਕਿਉਂ ਨਹੀਂ? ਤਾਂ ਇਹਦਾ ਅੱਗੇ ਸਾਡੇ ਜਥੇਦਾਰ ਦਾ ਜਵਾਬ ਇਹ ਸੀ ਵੀ ਨਾ ਜੀ ਪਰਚਾ ਪੈ ਜੂ। ਸਾਡੇ ਜਥੇਦਾਰ ਪਰਚਿਆਂ ਤੋਂ ਡਰਦੇ ਨੇ। ਜਿਹੜੇ ਸਿੰਘ ਮੁਲਤਾਨ ਤੱਕ ਜਿੱਤ ਆਏ ਸੀ ਉਹਨਾਂ ਨੇ ਤੋਪਾਂ ਥੱਲੇ ਮੋਢੇ ਲਾ ਕੇ ਸ਼ਹਾਦਤਾਂ ਦਿੱਤੀਆਂ ਸੀ, ਤੇ ਇਹ ਜਥੇਦਾਰ ਹਵਾ ਦੇ ਵਿੱਚ ਪਰਚਿਆਂ ਤੋਂ ਡਰਦੇ ਨੇ। ਇਸ ਕਰਕੇ ਕਹਿਣਾ ਆ, ਇਹ ਪਰਚਿਆਂ ਤੋਂ ਜੇ ਡਰਦੇ ਨੇ, ਖਰਚਿਆਂ ਤੋਂ ਵੀ ਡਰਦੇ ਨੇ, ਤੇ ਖਰਚਿਆਂ ਤੇ ਮਰਦੇ ਨੇ। ਕੌਮ ਨਾਲ ਇਹਨਾਂ ਨੂੰ ਕੋਈ ਸਰੋਕਾਰ ਨਹੀਂ ਹੈ। ਮੇਰੀਆਂ ਗੱਲਾਂ ਬਹੁਤ ਜਾਣੇ ਨੂੰ ਚੁੱਭ ਰਹੀਆਂ ਹੋਣਗੀਆਂ, ਬੁਰੀਆਂ ਲੱਗ ਰਹੀਆਂ ਹੋਣਗੀਆਂ, ਕਿਉਂਕਿ ਜ਼ਿੰਮੇਵਾਰ ਅਸੀਂ ਆਪ ਹਾਂ। ਅਸੀਂ ਕਹਿ ਦਿੰਨੇ ਆ ਮੱਥਾ ਟੇਕ ਕੇ ਗੁਰੂ ਰਾਮਦਾਸ ਦੇ ਦਰ ਤੇ ਗੁਰੂ ਘਰਾਂ 'ਚ ਜਾ ਕੇ ਮੱਥਾ ਟੇਕ ਲਿਆ ਜੀ, ਗੁਰੂ ਰਾਮਦਾਸ ਸਾਂਭ ਲੂਗਾ। ਗੁਰੂ ਰਾਮਦਾਸ ਨੇ ਥਾਲੀ 'ਚ ਰੋਟੀ ਪਾ ਕੇ ਜੇ ਦੇਤੀ ਨਾ, ਥਾਲੀ ਪਰੋਸੀ ਪਈ ਆ, ਤਾਂ ਹੱਥ ਜੋੜ ਕੇ ਬਹਿ ਜਿਓ ਮੱਥਾ ਟੇਕਣ ਵਾਸਤੇ, ਤੇ ਧਿਆਇਓ ਗੁਰੂ ਰਾਮਦਾਸ ਨੂੰ ਵੀ ਗੁਰੂ ਰਾਮਦਾਸ ਥਾਲੀ ਸਾਡੇ ਸਾਹਮਣੇ ਭਰੀ ਪਈ ਆ, ਹੁਣ ਬੁਰਕੀਆਂ ਤੋੜ ਕੇ ਤੂੰ ਸਾਡੇ ਮੂੰਹ 'ਚ ਪਾ। ਜੇ ਪੈ ਗਈਆਂ ਫਿਰ ਮੈਂ ਮੰਨ ਲੂੰਗਾ, ਸਾਂਭ ਲੈਣਗੇ ਉਹ। ਸਿੱਖ ਦਾ ਮਤਲਬ ਸੀਗਾ ਤਾਂ ਉਮਰ ਸਿੱਖੋ, ਤੁਸੀਂ ਸਾਂਭੋ ਆਪਣੇ ਆਪ ਨੂੰ, ਪਰ ਕਿੰਨਾ ਤੁਸੀਂ ਸਾਂਭਿਆ? ਗੁਰੂ ਰਾਮਦਾਸ ਨੇ ਹੱਥ ਦਿੱਤੇ ਨੇ ਕਿਰਤ ਕਰਨ ਵਾਸਤੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਬਾਬੇ ਨਾਨਕ ਦਾ ਸੁਨੇਹਾ ਅਸੀਂ ਭੁੱਲ ਬੈਠੇ ਆ। ਕਿਰਤ ਕਰਨੀ ਭੁੱਲ ਬੈਠੇ ਆ। ਹੱਥਾਂ ਨਾਲ ਜਦੋਂ ਤੱਕ ਬੁਰਕੀ ਤੋੜ ਕੇ ਮੂੰਹ 'ਚ ਨਹੀਂ ਪਾਉਂਗੇ ਨਾ, ਜਿਹੜਾ ਮਰਜ਼ੀ ਰੱਬ ਧਿਆਉਂਦੇ ਰਹੋ, ਤੁਹਾਡਾ ਢਿੱਡ ਨਹੀਂ ਭਰਨਾ। ਉਹੀ ਉਹ ਵਾਹਿਗੁਰੂ ਦੇਖ ਰਿਹਾ ਆ ਕਿ ਮੇਰੀ ਕੌਮ ਦੇ ਮੱਚ ਇੰਨੇ ਕਿੱਦਾਂ ਮਰ ਗਏ ਆ ਵੀ ਹਰ ਚੀਜ਼ ਮੇਰੇ ਮੋਢਿਆਂ ਤੇ ਸੁੱਟੀ ਜਾਂਦੇ ਆ ਮੱਥਾ ਟੇਕ ਕੇ। ਚਲੋ ਕੋਈ ਗੱਲ ਨਹੀਂ ਜੀ, ਕਿਸੇ ਦਾ ਧੀ ਪੁੱਤ ਜਵਾਨ ਮਰ ਗਿਆ, ਗੁਰੂ ਰਾਮਦਾਸ ਭਲੀ ਕਰੇ, ਇਸ ਪਰਿਵਾਰ ਨੂੰ ਦੁੱਖ ਹੰਢਾਉਣ ਦੀ क्षमता ਬਖਸ਼ੇ। ਚਾਹੇ ਉਹ ਕਿਸੇ ਦੀ ਗੋਲੀ ਨਾ ਮਰਿਆ ਹੋਵੇ, ਚਾਹੇ ਨਸ਼ੇ ਨਾ ਮਰਿਆ ਹੋਵੇ, ਤੇ ਚਾਹੇ ਕੋਈ ਆ ਕੇ ਘਰੇ ਗੁੰਡੇ ਮਾਰ ਗਏ ਹੋਣ, ਚਾਹੇ ਕਿਸੇ ਧੀ ਭੈਣ ਦਾ ਬਲਾਤਕਾਰ। ਅਸੀਂ ਅਫਸੋਸ ਕਰਨ ਜੋਗੇ ਰਹਿ ਗਏ ਆ। ਉਹ ਦਿਨ ਕਦਾਂ ਭੁੱਲ ਗਏ ਅਸੀਂ, ਜਦੋਂ ਧੀਆਂ ਭੈਣਾਂ ਨੂੰ ਗਜਨੀ ਦੇ ਬਾਜ਼ਾਰਾਂ ਤੋਂ ਬਚਾ ਕੇ ਅਸੀਂ ਘਰਾਂ ਤੱਕ ਪਹੁੰਚਾਉਂਦੇ ਸੀ। ਅੱਜ ਸਾਡੀਆਂ ਆਪਣੀਆਂ ਧੀਆਂ ਭੈਣਾਂ ਦੀਆਂ ਪੱਤਾਂ ਲੁੱਟੀਆਂ ਜਾ ਰਹੀਆਂ ਨੇ, ਤੇ ਅਸੀਂ ਘਰਾਂ 'ਚ ਬੈਠੇ ਆ, ਅਸੀਂ ਫੋਨਾਂ ਤੇ ਰੀਲਾਂ ਬਣਾਉਣ ਨੂੰ ਬਿਜ਼ੀ ਬੈਠੇ ਆ। ਅਸੀਂ ਇਹਨਾਂ ਅਖੌਤੀ ਜਥੇਦਾਰਾਂ ਪ੍ਰਧਾਨਾਂ ਤੋਂ ਉਮੀਦ ਕਰਦੇ ਆ ਵੀ ਇਹ ਆ ਕੇ ਸਾਡੀ ਕੌਮ ਸਾਂਭਣਗੇ। ਇਹਨਾਂ ਦਾ ਵੇਚਣ ਲਾਈ ਹੈ ਕੌਮ, ਤੇ ਹੌਲੀ ਹੌਲੀ ਕਰਕੇ ਪੰਜਾਬ ਵਿਕ ਹੀ ਗਿਆ ਆ। ਤੇ ਜੇ ਜ਼ਮੀਰਾਂ ਜਿਹਨਾਂ ਦੀਆਂ ਜਾਗਦੀਆਂ ਨੇ, ਤੁਸੀਂ ਚਾਹੁੰਦੇ ਹੋ ਕਿ ਕੌਮ ਬਚੇ, ਪੰਜਾਬ ਬਚੇ, ਤਾਂ ਫਿਰ ਬੇਨਤੀ ਇਹੀ ਆ ਵੀ ਤੁਸੀਂ ਆਮ ਲੋਕ, ਸਾਡੇ ਵਰਗੇ, ਜਿੱਦਾਂ ਮੈਂ ਬੈਠਿਆ ਆ, ਜਿੱਦਾਂ ਤੁਸੀਂ ਬੈਠੇ ਸੁਣ ਰਹੇ ਹੋ, ਆਪਣੇ ਜ਼ਮੀਰ ਜਗਾਓ। SGPC ਦੀਆਂ ਚੋਣਾਂ ਵਾਸਤੇ ਅੱਗੇ ਵਧੋ। ਜੋ ਵੀ ਜਥੇਦਾਰ ਪ੍ਰਧਾਨ ਹੈ ਨੇ, ਉਹਨਾਂ ਨੂੰ ਪੁੱਛੋ ਵੀ ਤੁਸੀਂ ਆਪਣੇ ਨਾਲ 4-4 ਬੰਦੇ ਲਈ ਫਿਰਦੇ ਹੋ, ਤੁਹਾਨੂੰ ਕਾਹਦਾ ਡਰ ਹੈ? ਗੁਰੂ ਤਾਂ ਸਾਡਾ, ਗੁਰੂ ਘਰਾਂ ਦੇ ਵਿੱਚ ਤੁਸੀਂ ਲਵਾਰਸ ਛੱਡਿਆ ਹੈ। ਕੋਈ ਵੀ ਆ ਕੇ ਬੇਅਦਬੀ ਕਰਦੇ, ਉੱਥੇ ਤੁਹਾਡੇ ਕੋਲ 2 ਨਿਹੰਗ ਸਿੰਘ ਨਹੀਂ ਖੜੇ ਕੀਤੇ ਜਾਂਦੇ। ਕਿਉਂ? ਨਿਹੰਗ ਸਿੰਘ ਕਿੱਦਾਂ ਖੜੇ ਕਰ ਲੈਣ? ਇਹ ਉਹਨਾਂ ਨੂੰ ਪਤਾ ਵੀ ਬੇਅਦਬੀ ਦੀ ਸੋਚ ਨਾਲ ਵੀ ਕੋਈ ਆਇਆ, ਨਿਹੰਗ ਸਿੰਘ ਨੇ ਗਾਟਾ ਵੱਢ ਕੇ ਪਰਾਂ ਸੁੱਟ ਦੇਣਾ ਆ। ਜੋ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਣਾ, ਕਿਉਂਕਿ ਉੱਤੋਂ ਕਮਾਨ ਦਾ ਹੁਕਮ ਹੈ ਵੀ ਹੋਣ ਤੋਂ ਜੋ ਹੁੰਦਾ ਆ। ਤੇ ਜੇਕਰ ਸਾਡੇ ਜਥੇਦਾਰ ਐਡੇ ਸੁਹਿਰਦ ਹੋਣ, ਮਤਲਬ ਦਮਾਲੇ ਵਰਗਾ ਹੀ ਮੈਂ ਸਜਾਉਣ ਦੀ ਕੋਸ਼ਿਸ਼ ਕੀਤੀ ਹੈ ਸਿਰ ਦੇ ਉੱਤੇ, ਜੇ ਐਡੇ ਸੁਹਿਰਦ ਹੋਣ ਤਾਂ ਪੱਗਾਂ ਬੰਨ ਕੇ ਕੀਰਤਨ ਹੁੰਦਾ ਦਰਬਾਰ ਸਾਹਿਬ 'ਚ। ਪੱਗਾਂ ਕਿਹਨੇ ਸ਼ੁਰੂ ਕੀਤੀਆਂ? ਪੱਗ ਸਿੱਖਾਂ ਦੀ ਵਿਰਾਸਤ ਹੈ? ਨਹੀਂ, ਗੁਲਾਮੀ ਦੀ ਨਿਸ਼ਾਨੀ ਹੈ। ਆ ਜਿਹੜੀ ਚੁੰਝਾਂ ਵਾਲੀਆਂ ਪੱਗਾਂ ਬਣਾ ਕੇ ਤੁਸੀਂ ਡਰੈਸ ਕੋਡ ਲਾਇਆ ਵੀ ਕੀਰਤਨ ਹੀ ਉੱਚੇ ਹੋਣਗੇ। ਭਾਈ ਹਰੀ ਸਿੰਘ ਨਲੂਆ ਤੁਹਾਨੂੰ ਲੱਗਦਾ ਵੀ ਪੱਗ ਬੰਨ੍ਹਦੇ ਸੀ? ਬੰਦਾ ਸਿੰਘ ਬਹਾਦਰ ਪੱਗ ਬੰਨ੍ਹਦੇ ਸੀ, ਕਲਗੀਧਰ ਪੱਗ ਬੰਨ੍ਹਦੇ ਸੀ, ਸਾਰੇ ਦਮਾਲੇ ਸਜਾਉਂਦੇ ਸੀ, ਦਮਾਲਿਆਂ ਉੱਤੇ ਸ਼ਸਤਰ ਹੁੰਦੇ ਸੀ। ਪਰ ਦਮਾਲਾ ਬੰਨ੍ਹ ਕੇ SGPC ਦੇ ਕਿਸੇ ਗੁਰੂ ਘਰ ਦੇ ਵਿੱਚ ਕੋਈ ਵੀ ਸਿੰਘ ਕੀਰਤਨ ਦੀ ਹਾਜ਼ਰੀ ਨਹੀਂ ਭਰ ਸਕਦਾ। ਮੈਂ ਆਪ ਅੱਖੀਂ ਦੇਖਿਆ ਹੋਇਆ ਆ। ਇੱਕ ਸਿੰਘ ਗਿਆ ਸੀਗਾ ਹਾਜ਼ਰੀ ਭਰਨ ਵਾਸਤੇ, ਕੀਰਤਨ ਕਰਦੇ ਅੱਧੇ ਕੀਰਤਨ ਤੋਂ ਉਹਨੂੰ ਉਠਾ ਦਿੱਤਾ ਗਿਆ। ਫੋਨ ਖੜਕ ਗਏ ਵੀਡੀਓ ਦੇਖਦੇ ਕਿ ਦਮਾਲਾ ਬੰਨ ਕੇ ਸਿੰਘ ਕੀਰਤਨ ਦੀ ਹਾਜ਼ਰੀ ਭਰ ਰਿਹਾ। ਪਟਿਆਲਾ ਦੁਖਨਿਵਾਰਨ ਸਾਹਿਬ ਗੁਰਦੁਆਰੇ ਦੀ ਗੱਲ ਹੈ ਇਹ, 2016 ਦੀ ਗੱਲ ਹੈ ਇਹ। ਉਹ ਸਿੰਘ ਉੱਥੋਂ ਰੋਂਦਾ ਹੋਇਆ ਮੇਰੇ ਕੋਲ ਸਟੂਡੀਓ ਪਹੁੰਚਿਆ ਸੀ। ਮੈਂ ਜਦੋਂ ਪੁੱਛਿਆ ਕਿਉਂ ਰੋ ਰਿਹਾ ਆ, ਤਾਂ ਕਹਿੰਦਾ ਭਾਜੀ ਦਮਾਲਾ ਸਜਾਣਾ ਸਾਡੇ ਲਈ ਗੁਨਾਹ ਹੋ ਗਿਆ। ਮੈਂ ਕੀਰਤਨ ਦੀ ਹਾਜ਼ਰੀ ਭਰ ਰਿਹਾ ਸੀਗਾ, ਅੱਧੇ ਕੀਰਤਨ ਦੇ ਵਿੱਚੋਂ ਮੈਨੂੰ ਇਸ ਕਰਕੇ ਉਠਾ ਦਿੱਤਾ ਗਿਆ ਵੀ ਤੂੰ ਦਮਾਲਾ ਸਜਾਇਆ, ਤੂੰ ਕੀਰਤਨ ਦੀ ਹਾਜ਼ਰੀ ਨਹੀਂ ਭਰ ਸਕਦਾ। ਆਹ ਨੇ ਸਾਡੇ ਜਥੇਦਾਰ, ਆਹ ਨੇ ਸਾਡੇ ਪ੍ਰਧਾਨ, ਜਿਨ੍ਹਾਂ ਨੇ ਸਾਡੀ ਆਹ ਵਿਰਾਸਤ ਜਿਹੜੀ ਹੈ ਉਹ ਰੋਲ ਕੇ ਰੱਖਤੀ। ਪੱਗਾਂ ਵਾਲਿਆਂ ਨੂੰ ਅੱਗੇ ਕਰਤਾ। ਪੱਗਾਂ ਵਾਲੇ ਉਹ ਮਹਾਰਾਜੇ ਭੂਪੇ ਵਰਗੇ ਨੇ, ਜਿਨ੍ਹਾਂ ਨੇ ਡਰੈਸ ਕੋਡ ਬਣਾਇਆ ਸੀ ਉਸ ਵੇਲੇ ਅੰਗਰੇਜ਼ਾਂ ਸਾਹਮਣੇ ਗੁਲਾਮੀ ਦਾ।
ਤਾਂ ਫਿਰ ਤੁਸੀਂ ਇਹਨਾਂ ਨੂੰ ਜਥੇਦਾਰੀਆਂ ਪ੍ਰਧਾਨਗੀਆਂ ਦੇ ਕੇ ਤੇ ਉਹਨਾਂ ਦੇ ਪੈਰੀ ਪਾਉਂਗੇ ਜਿਨ੍ਹਾਂ ਨੇ ਆਪਣੇ ਨਾਲ ਬੇਸ਼ੱਕ ਗਨਮੈਨ ਰੱਖੇ ਹੁਣ ਗੁਰੂ ਲਵਾਰਸ ਛੱਡਿਆ ਆ। ਬੇਅਦਬੀ ਕਰਨ ਵਾਲਿਆਂ ਨੂੰ ਮਾਫੀਆਂ ਦਿੰਦੇ ਨੇ, ਧੀਆਂ ਭੈਣਾਂ ਦੀਆਂ ਪੱਤਾਂ ਰੋਲਣ ਵਾਲਿਆਂ ਨੂੰ ਅਕਾਲ ਤਖਤ ਤੇ ਮਾਫ ਕਰ ਦਿੰਦੇ ਨੇ, ਸੁੱਚਾ ਸਿੰਘ ਲੰਗਾ ਵਰਗੇ ਨੂੰ ਮਾਫੀਆਂ ਦੇ ਦਿੰਦੇ ਨੇ ਜਿਹੜਾ ਸਾਰੀ ਦੁਨੀਆ ਦੇ ਸਾਹਮਣੇ ਨੰਗਾ ਹੋਇਆ। ਇਸ ਕਰਕੇ ਜ਼ਮੀਰ ਜਗਾਓ, ਸ਼ਰਮ ਨੂੰ ਹੱਥ ਮਾਰੋ, ਥੋੜਾ ਜਿਹਾ ਕੌਮ ਬਾਰੇ ਸੋਚੋ। ਮਾਫ ਕਰਨਾ ਜੇ ਮੈਂ ਕਿਸੇ ਨੂੰ ਕੁਝ ਵੱਧ ਘੱਟ ਕਹਿ ਗਿਆ ਹੋਵਾਂ, ਕਿਉਂਕਿ ਸਕ੍ਰਿਪਟਾਂ ਲਿਖ ਕੇ ਬੈਠਣਾ ਸਾਨੂੰ ਨਹੀਂ ਆਉਂਦਾ। ਜੋ ਉਹ ਪਰਮਾਤਮਾ ਬੁਲਾਉਂਦਾ ਉਹ ਅਸੀਂ ਬੋਲ ਦਿੰਦੇ ਹਾਂ। ਬਾਕੀ ਤੁਹਾਡਾ ਫੈਸਲਾ ਹੈ, ਤੁਸੀਂ ਕੀ ਕਰਨਾ ਹੈ, ਤੁਸੀਂ ਕੀ ਚਾਹੁੰਦੇ ਹੋ। ਜੇ ਤੁਸੀਂ ਅਜੇ ਵੀ ਕਹਿੰਦੇ ਹੋ ਕਿ ਗੁਰੂ ਰਾਮਦਾਸ ਸਾਂਭ ਲੂ, ਗੁਰੂ ਕਲਗੀਧਰ ਸਾਂਭ ਲੂ, ਬਾਬਾ ਨਾਨਕ ਸਾਂਭ ਲੂ, ਉਹਨਾਂ ਨੇ ਸਾਂਭਿਆ ਸਭ ਕੁਝ, ਸਾਨੂੰ ਦਾਤ ਦਿੱਤੀ ਹੈ ਬਾਣੀ ਦੀ। ਜੇ ਅਸੀਂ ਉੱਤੇ ਅਮਲ ਅੱਜ ਨਹੀਂ ਕਰਦੇ, ਮੱਚ ਮਾਰ ਕੇ ਬੈਠੇ ਆ, ਤਾਂ ਫਿਰ ਘਰ ਫੂਕ ਤਮਾਸ਼ਾ ਦੇਖ ਤੁਸੀਂ ਦੇਖਦੇ ਰਹੋ, ਕਿਉਂਕਿ ਮਾਚਿਸ ਬਾਂਦਰ ਹੱਥ ਲੱਗੀ ਹੈ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਵੱਧ ਘੱਟ ਕੁਝ ਬੋਲਿਆ ਗਿਆ ਹੋਵੇ ਹੱਥ ਬੰਨ ਕੇ ਮਾਫੀ ਹੈ ਜੀ। ਪ੍ਰੋਗਰਾਮ ਚੰਗਾ ਲੱਗਿਆ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਕਿਸੇ ਜਾਗਦੀ ਜ਼ਮੀਰ ਵਾਲੇ ਤੱਕ ਇਹ ਵੀਡੀਓ ਪਹੁੰਚ ਸਕੇ। ਬਾਕੀ ਆਪਣੀਆਂ ਭਾਵਨਾਵਾਂ ਤੁਸੀਂ ਨੀਚੇ ਕਮੈਂਟਸ ਦੇ ਵਿੱਚ ਵਿਅਕਤ ਕਰ ਹੀ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।